ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਕੁਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈ ਸੋਰੇ। ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਘਰ ਗਾਵਣਾ। ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਇਤਨਾ ਕੋ ਨ ਜਾਨੈ ਜੇ ਦਿਨ ਦਿਨ ਅਵਧ ਘਟਤ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਹ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਗੁਰੂ ਕਿਰਪਾ ਸਦਕਾ ਜੋ ਆਰੰਭ ਹੈ। ਸ੍ਰੀ ਰਾਗ ਦੀ ਵਾਰ ਸੰਪੂਰਨ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਭਗਤਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਹੈ। ਔਰ ਇਹ ਪਹਿਲਾ ਰਾਗ ਸ੍ਰੀ ਰਾਗ ਹੈ ਜਿਸ ਦੇ ਭਗਤ ਬਾਣੀ ਅੱਗੇ ਆ ਰਹੀ ਹੈ। ਗੁਰੂ ਕਿਰਪਾ ਸਦਕਾ ਵਿਚਾਰੀਏ ਤੇ ਸੁਣੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ ਬੀਜ ਰੂਪ ਮੰਗਲ ਉਚਾਰਦੇ ਹਨ ਸਤਿਗੁਰੂ। ਇੱਕ ਅਦਵੈਤ ਸਰੂਪ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਓੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ। ਸਤ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਰਾਗ ਦਾ ਨਾਮ ਹੈ ਕਬੀਰ ਜੀਓ ਕਾ। ਭਗਤ ਕਬੀਰ ਜੀ ਦਾ ਸ਼ਬਦ ਹੈ ਅੱਗੇ ਆ ਰਿਹਾ। ਏਕ ਸਵਾਨ ਕੈ ਘਰ ਗਾਵਣਾ। ਦੋ ਤਰ੍ਹਾਂ ਨਾਲ ਇਸ ਪੰਕਤੀ ਦਾ ਅਰਥ ਹੈ। ਇੱਕ ਤਾਂ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਆਇਆ ਹੈ। ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕਹਿ ਸਦਾ ਬਿਆਲ। ਕੂੜ ਛੁਰਾ ਮੁੱਠਾ ਮੁਰਦਾਰ ਧਾਨ ਕਰੂਪ ਰਹਾ ਕਰਤਾਰ। ਉਹ ਸ੍ਰੀ ਰਾਗ ਦੇ ਚੌਥੇ ਘਰ ਵਿੱਚ ਹੈ। ਇਸ ਦਾ ਅਰਥ ਇੰਝ ਹੈ ਵੀ ਜਿਸ ਘਰ ਵਿੱਚ ਉਹ ਸ਼ਬਦ ਗਾਇਆ ਜਾਏਗਾ ਉਸ ਘਰ ਵਿੱਚ ਚੌਥੇ ਘਰ ਵਿੱਚ ਹੀ ਇਸ ਸ਼ਬਦ ਨੂੰ ਗਾਉਣਾ। ਦੂਸਰਾ ਅਰਥ ਇੰਝ ਕੀਤਾ ਵਿਦਵਾਨਾਂ ਨੇ ਕਿ ਏਕ ਸਵਾਨ। ਸਵਾਨ ਦਾ ਅਰਥ ਹੈ ਕੁੱਤਾ। ਜੋ ਕੁੱਤਾ ਉੱਚੀ ਕੂਕਦਾ ਜਿਸ ਵੇਲੇ ਰੋਂਦਾ ਜਿਹਨੂੰ ਕਹਿੰਦੇ ਕੁੱਤਾ, ਉਹ ਪੰਚਮ ਵਿੱਚ ਹੁੰਦਾ ਹੈ ਅਤੇ ਪੰਚਮ ਸੁਰ ਵਿੱਚ ਉਸ ਧੁਨ ਵਿੱਚ ਇਸ ਸ਼ਬਦ ਨੂੰ ਗਾਉਣਾ ਉੱਚੀ ਬੁਲੰਦ ਆਵਾਜ਼ ਵਿੱਚ ਪੰਚਮ ਵਿੱਚ ਜਾ ਕੇ। ਇਸ ਤਰ੍ਹਾਂ ਵੀ ਅਰਥ ਕੀਤਾ ਗਿਆ। ਇਸ ਸ਼ਬਦ ਦੀ ਜੋ ਅੱਗੇ ਸ਼ਬਦ ਆ ਰਿਹਾ ਇਸ ਦੀ ਉਥਾਨਕਾ ਇੰਝ ਹੈ ਕਿ ਭਗਤ ਕਬੀਰ ਜੀ ਜੋ ਕਬੀਰ ਚੌਰਾ ਸਥਾਨ ਹੈ ਅੱਜ ਵੀ ਕਾਂਸ਼ੀ ਵਿਖੇ, ਉੱਥੇ ਰਿਹਾ ਕਰਦੇ ਸੀ ਅਤੇ ਉੱਥੋਂ ਇੱਕ ਦਿਨ ਬਾਹਰ ਸੈਰ ਨੂੰ ਜਾ ਰਹੇ ਸੀ ਜਾਂ ਗੰਗਾ 'ਤੇ ਇਸ਼ਨਾਨ ਕਰਨ ਜਾ ਰਹੇ ਸੀ ਅਤੇ ਰਸਤੇ 'ਚ ਇੱਕ ਮਾਈ ਦਾ ਘਰ ਸੀ। ਉਹ ਇੱਕ ਦਿਨ ਕੋਠੇ 'ਤੇ ਬੈਠੀ ਚਰਖਾ ਕੱਤਦੀ ਸੀ ਅਤੇ ਬਾਲਕ ਮਾਤਾ ਨੂੰ ਚਰਖਾ ਨਹੀਂ ਸੀ ਕੱਤਣ ਦਿੰਦਾ। ਕਦੇ ਤੰਦ ਤੋੜ ਦਿੰਦਾ ਸੀ, ਕਦੇ ਪੂਣੀਆਂ ਖਿਲਾਰ ਦਿੰਦਾ ਸੀ ਅਤੇ ਮਾਤਾ ਕੋਲ ਇਸ ਬੱਚੇ ਤੋਂ ਆਪਣਾ ਬਚਾਅ ਕਰਨ ਲਈ ਜਾਂ ਸੂਤ ਕੱਤਣ ਲਈ ਇਹ ਜੁਗਤੀ ਸੀ ਕਿ ਉਹਦੇ ਕੋਲ ਇੱਕ ਗੇਂਦ ਸੀ। ਉਹ ਰੇੜਦਿਆ ਕਰਦੀ ਸੀ। ਜਦੋਂ ਬੱਚਾ ਗੇਂਦ ਚੁੱਕਣ ਜਾਂਦਾ ਅਤੇ ਇੰਨੇ ਚਿਰ ਨੂੰ ਉਹ 2-4 ਤੰਦ ਕੱਤ ਲੈਂਦੀ ਸੀ। ਇਸ ਤਰ੍ਹਾਂ ਦਾ ਕੌਤਕ ਵੇਖ ਕੇ ਕਬੀਰ ਜੀ ਅੱਗੇ ਲੰਘ ਗਏ। ਜਦੋਂ ਵਾਪਸ ਪਰਤੇ ਤਾਂ ਕੀ ਹੋਇਆ ਕਿ ਜਦੋਂ ਮਾਤਾ ਨੇ ਉਹ ਗੇਂਦ ਰੇੜੀ ਅਤੇ ਗੇਂਦ ਕੋਠੇ ਦੀ ਛੱਤ ਤੋਂ ਜਰਾ ਜ਼ੋਰ ਨਾਲ ਰੇੜੀ ਜਾਣ ਕਰਕੇ ਛੱਤ ਤੋਂ ਥੱਲੇ ਡਿੱਗ ਪਈ ਅਤੇ ਬਾਲਕ ਬਸਮਝ ਸੀ। ਉਹ ਬਾਲ ਦੇ ਪਿੱਛੇ ਹੀ ਗਿਆ ਜ਼ੋਰ ਨਾਲ ਅਤੇ ਕੋਠੇ ਦੀ ਛੱਤ ਤੋਂ ਥੱਲੇ ਡਿੱਗ ਪਿਆ ਅਤੇ ਉਹ ਸਿਰ ਉਹਦਾ ਪਾਟ ਗਿਆ, ਲਹੂ ਲੁਹਾਨ ਹੋ ਗਿਆ ਅਤੇ ਉਹਦੀ ਮ੍ਰਿਤੂ ਹੋ ਗਈ। ਅਤੇ ਜਿੱਥੇ ਅੱਗੇ ਮਾਤਾ ਲਾੜ ਲਡਾਉਂਦੀ ਸੀ ਆਪਣੇ ਬੱਚੇ ਦੇ ਨਾਲ,
ਹੁਣ ਉਹੀ ਮਾਤਾ ਵਿਰਲਾਪ ਕਰ ਰਹੀ ਸੀ, ਕੇਸ ਪੁੱਟ-ਪੁੱਟ ਸੁੱਟਦੀ ਸੀ। ਤਾਂ ਉਸ ਵੇਲੇ ਕਬੀਰ ਜੀ ਨੇ ਇਹ ਕੌਤਕ ਵੇਖ ਕੇ, ਪਰਮੇਸ਼ਰ ਦੀ ਖੇਡ ਵੇਖ ਕੇ ਤੇ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕੀਤਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਜਨਨੀ ਮਾਂ ਜਾਣਦੀ ਹੈ, ਜਾਣਦੀ ਸੀ ਜਾਂ ਅੱਗੇ ਨੂੰ ਵੀ ਜਾਣੇਗੀ ਇਹ ਕਿ ਮੇਰਾ ਪੁੱਤਰ ਵੱਡਾ ਹੁੰਦਾ ਪਿਆ। ਮਾਤਾਵਾਂ ਇਹ ਸਮਝਦੀਆਂ ਨੇ ਵੀ ਸੁੱਖ ਨਾਲ ਮੇਰਾ ਪੁੱਤ ਇੰਨੇ ਵਰ੍ਹਿਆਂ ਦਾ ਹੋ ਗਿਆ। ਕਬੀਰ ਜੀ ਕਹਿੰਦੇ ਨੇ, ਇਤਨਾ ਕੋ ਨਾ ਜਾਣੈ ਜਦ ਦਿਨ ਦਿਨ ਅਵਧ ਘਟਤ ਹੈ। ਇੰਨੀ ਗੱਲ ਨੂੰ ਵੀ ਨਹੀਂ ਜਾਣਦੀ ਮਾਤਾ ਕਿ ਜਿੰਨੇ ਸਵਾਸ ਇਹ ਲਿਖਾ ਕੇ ਆਇਆ ਉਨੇ ਹੀ ਇਹਨੇ ਭੋਗਣੇ ਨੇ। ਜਿੰਨੇ ਸਵਾਸ ਵਿੱਚੋਂ ਖਰਚ ਕਰ ਰਿਹਾ, ਜਿੰਨੇ ਦਿਨ ਇਹ ਬਤੀਤ ਕਰੀ ਜਾਂਦਾ, ਸਰੀਰ ਤਾਂ ਵੱਡਾ ਹੋ ਰਿਹਾ ਪਰ ਜਿੰਨੇ ਦਿਨ ਇਸਨੇ ਬਤੀਤ ਕਰ ਲਏ ਉਹ ਹਰ ਇੱਕ ਦਿਨ ਨਾਲ ਇਹਦੀ ਉਮਰ ਘਟਦੀ ਜਾ ਰਹੀ ਹੈ। ਅੱਖਾਂ ਦੇ ਸਾਹਮਣੇ ਸਾਰਾ ਕੁਝ ਹੈ, ਕਿਉਂਕਿ ਉਮਰਾਂ ਭੋਗ ਕੇ ਲੋਕ ਇਸ ਸੰਸਾਰ ਤੋਂ ਜਾ ਰਹੇ ਨੇ। ਅਤੇ ਕੋਈ ਬਾਲਕ ਅਵਸਥਾ ਚਲਾ ਜਾਂਦਾ, ਕੋਈ ਤਰਨ ਅਵਸਥਾ ਜਵਾਨੀ ਦੀ ਉਮਰ ਚਲਿਆ ਜਾਂਦਾ, ਕੋਈ ਅਧਖੜ ਉਮਰ ਵਿੱਚ ਚਲਾ ਜਾਂਦਾ, ਕੋਈ ਬਿਰਧ ਅਵਸਥਾ ਚਲਾ ਜਾਂਦਾ। ਇਹ ਪਰਮਾਤਮਾ ਜਾਣਦਾ ਹੈ। ਔਰ ਕੁਛ ਗਿਆਨਵਾਨ ਪੁਰਸ਼ ਵੀ ਜਾਣ ਲੈਂਦੇ ਨੇ ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ ਵੀ, ਪਰ ਹੁਕਮ 'ਚ ਦਖਲਅੰਦਾਜ਼ੀ ਨਹੀਂ ਕਰਦੇ। ਸੋ ਇਸ ਪ੍ਰਕਾਰ ਮਾਂ ਇਹ ਗੱਲ ਨਹੀਂ ਸੀ ਜਾਣਦੀ ਕਿ ਹਰ ਇੱਕ ਦਿਨ ਨਾਲ ਬੱਚੇ ਦੀ ਅਵਧ ਉਮਰ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਜੀ, ਮਾਤਾ ਰਾਜ ਕੌਰ ਜੀ, ਉਹ ਇੰਜ ਕਰਿਆ ਕਰਦੇ ਸਨ ਬਚਨ। ਜਦੋਂ ਕਿਸੇ ਮਾਈ ਨੇ ਕਹਿਣਾ ਵੀ ਰਣਜੀਤ ਸਿੰਘ ਕਿੰਨੇ ਵਰ੍ਹਿਆਂ ਦਾ ਹੋ ਗਿਆ ਜੀ, ਤਾਂ ਉਸਨੇ ਕਹਿਣਾ ਕਿ ਇੰਨੇ ਵਰ੍ਹੇ ਅਤੇ ਇੰਨੇ ਮਹੀਨੇ ਰਣਜੀਤ ਸਿੰਘ ਦੀ ਉਮਰ ਘਟ ਗਈ ਹੈ। ਤਾਂ ਉਹ ਮਾਈਆਂ ਨੇ ਸੁਭਾਅ ਮੁਤਾਬਕ ਕਹਿਣਾ ਵੀ ਨਾ ਭੈਣ ਜੀ ਇੰਝ ਨਾ ਕਹੋ, ਸੁੱਖ ਨਾਲ ਰਣਜੀਤ ਸਿੰਘ ਇੰਨੇ ਵਰ੍ਹਿਆਂ ਦਾ ਹੋ ਗਿਆ। ਕਹਿੰਦੇ ਨਹੀਂ, ਜਿੰਨੀ ਉਮਰ ਇਹ ਲਿਖਾ ਕੇ ਆਇਆ ਹੈ ਉਨੀ ਭੋਗੇਗਾ, ਅਤੇ ਜਿੰਨੀ ਉਹਦੇ ਵਿੱਚੋਂ ਭੋਗ ਲਈ ਉਨੀ ਘਟ ਗਈ ਹੈ। ਸੋ ਇੱਕ ਅਟਲ ਸੱਚਾਈ ਹੈ, ngਣ ਘਾਲੇ ਸਭ ਦਿਵਸ ਸਾਸ ਨੇ ਵੱਢਣ ਘਟਨ ਤਿਲ ਸਾਰ। ਹਜ਼ੂਰ ਨੇ ਕਿਹਾ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ। ਭਗਤ ਕਬੀਰ ਜੀ ਦਾ ਹੀ ਸ਼ਬਦ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ। ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬੱਧਕ ਜਿਉ ਕਹੋ ਕਵਨ ਬਿਧ ਕੀਜੈ। ਸੋ ਦਿਨ ਤੋਂ ਪਹਿਰ, ਪਹਿਰ ਤੋਂ ਘੜੀਆਂ ਵਿੱਚ ਇਹ ਜਿਵੇਂ ਸਮਾਂ ਦਿਨ ਘਟਦਾ, ਇਸੇ ਤਰ੍ਹਾਂ ਉਮਰ ਵੀ ਖਿਨ ਖਿਨ ਕਾਲ ਵਿੱਚ, ਮਿੰਟ ਸਕਿੰਟ ਵਿੱਚ ਘਟਦੀ ਜਾ ਰਹੀ। ਮੋਰ ਮੋਰ ਕਰ ਅਧਿਕ ਲਾਡ ਧਰ। ਇਹਨਾਂ ਬਚਨਾਂ ਦੇ ਵੀ ਦੋ ਤਰ੍ਹਾਂ ਅਰਥ ਨੇ। ਤੇ ਮਾਂ ਕਹਿੰਦੀ ਸੀ ਮੇਰਾ ਮੋਰ ਹੈ, ਮੇਰਾ ਤਿੱਤਰ ਹੈ, ਮੇਰਾ ਹੰਸ ਹੈ, ਅਤੇ ਇੰਝ ਕਹਿੰਦੀ ਹੋਈ ਬੜੇ ਲਾਡ ਪਿਆਰ ਕਰਦੀ ਸੀ। ਦੂਜਾ ਅਰਥ ਹੈ ਮੋਰ ਮੋਰ ਕਰ। ਮੋਰ ਦਾ ਅਰਥ ਹੈ ਮੇਰਾ। ਮੋਰ ਮੋਰ, ਮੇਰਾ ਮੇਰਾ ਪੁੱਤਰ ਕਹਿ ਕੇ, ਮੇਰਾ ਪੁੱਤਰ, ਮੇਰਾ ਪੁੱਤਰ ਇੰਝ ਕਰਕੇ ਅਧਿਕ ਬਹੁਤਾ ਹੀ ਲਾਡ ਧਾਰਨ ਕੀਤਾ ਹੋਇਆ ਸੀ। ਮਾਤਾ ਨੇ ਲਾਡ ਪਿਆਰ ਕਰ ਰਹੀ ਸੀ। ਪੇਖਤ ਹੀ ਜਮ ਰਾਓ ਹੱਸੈ। ਇਸ ਕੌਤਕ ਨੂੰ ਵੇਖਦਾ ਹੋਇਆ ਜਿਹੜਾ ਜਮ ਰਾਓ ਹੈ, ਧਰਮਰਾਜ, ਉਹਦੇ ਦੂਤ, ਆਪ ਧਰਮਰਾਜ ਜਮਰਾਜ ਹੱਸਦਾ ਪਿਆ ਹੈ ਕਿ ਮੇਰੀ ਬੁਰਕੀ ਦੀ ਪਾਲਣਾ ਹੋ ਰਹੀ ਹੈ। ਇਸ ਖੇਡ ਨੂੰ ਵੇਖ ਕੇ ਸੰਸਾਰ ਵਿੱਚ ਸਾਰੇ ਮਾਪੇ ਲਾਡ ਲਡਾਉਂਦੇ, ਮਾਤਾਵਾਂ, ਪਿਤਾ, ਭੈਣ, ਭਰਾ, ਕਈ ਤਰ੍ਹਾਂ ਦੀ ਖੇਡ ਸੰਸਾਰ ਚੱਲ ਰਹੀ ਹੈ। ਤਾਂ ਭਗਤ ਜੀ ਕਹਿ ਰਹੇ ਨੇ ਕਿ ਇਹ ਸਭ ਕੁਛ ਨੂੰ ਵੇਖ ਕੇ ਜੋ ਮਾਂ ਵੱਲੋਂ ਬੱਚੇ ਨਾਲ ਲਾਡ ਪਿਆਰ ਕੀਤੇ ਜਾ ਰਹੇ ਨੇ, ਮੇਰਾ ਪੁੱਤਰ ਕਹਿ ਕੇ ਲੜਾਇਆ ਜਾ ਰਿਹਾ, ਇਸ ਨੂੰ ਵੇਖ ਕੇ ਜਮਰਾਜ ਹੱਸਦਾ ਪਿਆ ਸੀ। ਐਸਾ ਤੈਂ ਜਗ ਭਰਮ ਲਾਇਆ, ਪਰ ਹੇ ਵਾਹਿਗੁਰੂ, ਐਸਾ ਇਹ ਜਗਤ ਤੂੰ ਆਪ ਜੀ ਨੇ ਭਰਮ ਵਿੱਚ ਲਾਇਆ ਹੋਇਆ, ਭੁਲੇਖੇ 'ਚ ਲਾਇਆ ਹੋਇਆ। ਭਾਵ ਇਹਦੇ ਮਨ ਅੰਦਰ ਭੁਲੇਖਾ ਪਾਇਆ ਹੋਇਆ। ਇਹ ਸੰਸਾਰ ਤਾਂ ਭਰਮ ਰੂਪ ਹੀ ਹੈ ਨਾ, ਭ੍ਰਾਂਤੀ ਹੈ, ਨਾਸਵੰਤ ਹੈ, ਤੈਨੂੰ ਸੱਚਾ ਮੰਨ ਲਿਆ ਜੀਵ ਨੇ। ਇਸ ਤਰ੍ਹਾਂ ਭਰਮ ਵਿੱਚ ਤੂੰ ਹੀ ਜਗਤ ਨੂੰ ਲਾਇਆ ਹੋਇਆ। ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਜਦੋਂ ਤੂੰ ਆਪਣੀ ਮਾਇਆ ਦੁਆਰਾ ਇਸ ਜਗਤ ਦੇ ਜੀਆਂ ਦੇ ਮਨਾਂ ਨੂੰ ਮੋਹਿਆ ਹੋਇਆ, ਜਦੋਂ ਸਾਰਾ ਜਗਤ ਹੀ ਮਾਇਆ ਨੇ ਮੋਹਿਆ ਹੋਇਆ, ਅਤੇ ਫਿਰ ਕਿਸ ਤਰ੍ਹਾਂ ਸੱਚਾਈ ਨੂੰ, ਅਸਲੀਅਤ ਨੂੰ ਇਹ ਬੁੱਝ ਸਕਦਾ ਹੈ। ਜਦੋਂ ਤੂੰ ਮਾਇਆ 'ਚ ਮੋਹਿਆ ਹੋਇਆ ਤਾਂ ਫਿਰ ਕਿਵੇਂ ਜਗਤ ਦੇ ਜੀਵ ਬੁੱਝ ਲੈਣ ਸੱਚਾਈ ਨੂੰ, ਤੇਰੇ ਸਰੂਪ ਨੂੰ। ਰਹਾਓ
ਕਹਿਤ ਕਬੀਰ ਛੋੜ ਵਿਖਿਆ ਰਸ। ਕਹਿੰਦੇ ਹਨ ਕਬੀਰ ਜੀ ਕਿ ਹੇ ਪ੍ਰਾਣੀ, ਜਿਹੜਾ ਵਿਖਿਆ ਮਾਇਆ ਦਾ ਰਸ ਹੈ, ਜੜ ਚੇਤਨ ਮਾਇਆ ਦਾ, ਜੋ ਦ੍ਰਿਸ਼ਮਾਨ ਪਰਪੰਚ ਦਾ ਰਸ ਤੂੰ ਲੈ ਰਿਹਾ, ਇਸ ਰਸ ਨੂੰ ਤੂੰ ਛੱਡ ਦੇ। ਇਤ ਸੰਗਤ ਨਿਹਚੋ ਮਰਨ। ਇਸ ਮਾਇਆ ਦੀ ਸੰਗਤ ਵਿੱਚ ਗਲਤਾਨ ਹੋਇਆ, ਤਦਾਕਾਰ ਹੋਇਆ ਨਿਸ਼ਚੇ ਪੂਰਵਕ ਆਤਮਕ ਮੌਤ ਹੈ। ਮਰਨਾ ਹੀ ਮਰਨਾ ਪਵੇਗਾ, ਭਾਵ ਜੰਮਣ ਮਰਨ ਦੇ ਗੇੜਿਆਂ 'ਚ ਪੈਣਾ ਪਵੇਗਾ, 84 ਲੱਖ ਜੂਨਾਂ ਦੇ ਚੱਕਰ 'ਚ ਪੈਣਾ ਪਵੇਗਾ। ਇਹ ਮੌਤ ਹੈ। ਰਮਈਆ ਜਪੋ ਪ੍ਰਾਣੀ। ਪ੍ਰਾਣਾਂ ਦੇ ਪੁਤਲਿਆ, ਸਵਾਸਾਂ ਦੇ ਪੁਤਲਿਆ, ਸਵਾਸਧਾਰੀ ਜੀਵ, ਰਮੇ ਹੋਏ ਰਾਮ ਪਰਮਾਤਮਾ ਦਾ ਜਾਪ ਕਰਿਆ ਕਰ, ਵਾਹਿਗੁਰੂ ਦਾ ਅਰਾਧਨ ਕਰਿਆ ਕਰ। ਅਨੰਤ ਜੀਵਨ ਬਾਣੀ, ਅਨੰਤ ਜੀਵਨ ਬਾਣੀ, ਇਹ ਅਨੰਤ ਜੀਵਨ, ਲੰਬਾ ਜੀਵਨ ਦੇਣ ਵਾਲੀ ਬਾਣੀ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ। ਪਰਮਾਤਮਾ ਦਾ ਜੋ ਨਾਮ ਜਪਣਾ ਹੈ, ਇਹੀ ਬਾਣੀ, ਇਹੀ ਬਚਨ ਅਟਲ ਜੀਵਨ ਬਖਸ਼ਣ ਵਾਲੇ, ਅਟਲ ਜ਼ਿੰਦਗੀ ਦੇਣ ਵਾਲੇ ਨੇ। ਤੇ ਦੂਸਰਾ ਪਾਠ ਇੰਜ ਵੀ ਕਰਦੇ ਨੇ, ਅਨ ਤਜੀਵਨ ਬਾਣੀ। ਤਜੀਵਨ ਤਜਣਾ ਹੁੰਦਾ, ਛੱਡਣਾ। ਹੋਰ ਬਾਣੀਆਂ, ਹੋਰ ਗੱਲਾਂ ਬਾਤਾਂ ਸੰਸਾਰ ਵਾਲੀਆਂ ਛੱਡ ਦੇ, ਪਰ ਮੁੱਖ ਪਾਠ ਹੈ ਜਿਹੜਾ ਅਨੰਤ ਜੀਵਨ ਬਾਣੀ, ਇੰਜ ਕਰਨਾ। ਇਨ ਵਿਧ ਭਵ ਸਾਗਰ ਤਰਨਾ। ਇਸ ਵਿਧੀ ਨਾਲ, ਰਾਮ ਨੂੰ ਜਪਣ ਵਾਲੀ ਜਿਹੜੀ ਵਿਧੀ ਹੈ ਨਾ, ਜੇ ਜੀਵਨ 'ਚ ਧਾਰਨ ਕਰ ਲਵੇਂ ਤੇ ਭਵ ਸਾਗਰ ਸੰਸਾਰ, ਜਿੱਥੇ ਜੰਮਣ ਮਰਨ ਦਾ ਸਹਿੰਸਾ ਡਰ ਬਣਿਆ ਰਹਿੰਦਾ, ਜਿੱਥੇ ਪਦਾਰਥਾਂ ਰੂਪੀ ਪਾਣੀ ਭਰਿਆ ਹੋਇਆ, ਡਰ ਦਾ ਪਾਣੀ ਭਰਿਆ ਹੋਇਆ, ਇਹ ਭਵ ਸਾਗਰ ਸੰਸਾਰ ਤੋਂ ਤਾਂ ਤਰਨਾ ਹੋਵੇਗਾ। ਜਾਂ ਤਿਸ ਭਾਵੈ ਤਾਂ ਲਾਗੈ ਭਾਵ। ਜਦੋਂ ਤਿਸ ਪਰਮਾਤਮਾ ਨੂੰ ਭਾਉਂਦਾ ਚੰਗਾ ਲੱਗਦਾ ਨਾ, ਤੇ ਤਾਂ ਹੀ ਇਸ ਜੀਵ ਦਾ ਪਰਮਾਤਮਾ ਨਾਲ ਭਾਵ ਲੱਗਦਾ, ਪ੍ਰੇਮ ਲੱਗਦਾ, ਤਾਂ ਹੀ ਵਾਹਿਗੁਰੂ ਦੇ ਨਾਲ ਭਾਵਨੀ ਪੈਦਾ ਹੁੰਦੀ ਹੈ। ਜੇ ਰੱਬ ਚਾਹੁੰਦਾ ਹੋਵੇ, ਰੱਬ ਨੂੰ ਚੰਗਾ ਲੱਗਦਾ ਹੋਵੇ ਇਹ ਜੀਵ, ਤਾਂ ਇਹ ਦਾਤ ਬਖਸ਼ਦਾ। ਭਰਮ ਭੁਲਾਵਾ ਵਿੱਚੋਂ ਜਾਏ। ਜੇ ਪ੍ਰੇਮ ਲੱਗ ਜਾਏ ਵਾਹਿਗੁਰੂ ਜੀ ਦੇ ਨਾਲ, ਤਾਂ ਜਿਹੜਾ ਭਰਮ ਹੈ, ਭੁਲੇਖਾ ਹੈ, ਭੁਲਾਵਾ ਹੈ, ਕੁਰਾਏ ਪਿਆ ਹੋਇਆ ਜੀਵ, ਭਰਮ ਕਰਕੇ ਜਿਹੜਾ ਭੁਲੇਖਾ ਪਿਆ ਹੋਇਆ ਜੀਵ ਨੂੰ, ਅਸਲ ਰਸਤੇ ਨੂੰ ਛੱਡ ਕੇ ਭੁੱਲ ਚੁੱਕਾ, ਇਹ ਭਰਮ ਭੁਲਾਵਾ ਵਿੱਚੋਂ ਚਲਿਆ ਜਾਏਗਾ। ਭਰਮ ਭ੍ਰਾਂਤੀ ਤੇ ਭੁਲਾਵਾ ਭੁਲੇਖਾ, ਇਹ ਵਿੱਚੋਂ ਚਲਿਆ ਜਾਏਗਾ। ਉਪਜੈ ਸਹਿਜ ਗਿਆਨ ਮਤ ਜਾਗੈ। ਅੰਦਰ ਸਹਿਜ ਅਵਸਥਾ ਉਪਜਦੀ ਹੈ, ਜਿਹਦੇ ਦੁਆਰਾ ਕੋਈ ਫਿਰ ਸਹਿਮ ਡਰ ਤੌਖਲਾ ਨਹੀਂ ਰਹਿ ਜਾਂਦਾ। ਇੱਕ ਰਸ ਅਵਸਥਾ, ਜਿੱਥੇ ਖੁਸ਼ੀ ਗਮੀ, ਗਰਮੀ ਸਰਦੀ, ਦੁੱਖ ਸੁੱਖ, ਭੁੱਖ ਪਿਆਸ ਵਿੱਚ ਇੱਕ ਰਸ ਬਿਰਤੀ ਰਹਿੰਦੀ ਹੈ। ਸ਼ਾਂਤੀ ਟਿਕਾ ਵਾਲੀ, ਮਾਨਸਿਕ ਅਡੋਲਤਾ ਵਾਲੀ ਅਵਸਥਾ। ਤੇ ਗਿਆਨ ਮਤ ਜਾਗੈ, ਗਿਆਨ ਵਾਲੀ ਬੁੱਧੀ ਜਾਗ ਪੈਂਦੀ ਹੈ। ਸਾਡੀ ਮਤ ਹੈ ਵਿਸ਼ੇ ਵਿਸ਼ੈਣੀ, ਉਹ ਫਿਰ ਆਤਮ ਵਿਸ਼ੈਣੀ ਬੁੱਧ ਜਾਗ ਪੈਂਦੀ ਹੈ। ਤਤ ਮਿਥਿਆ ਦਾ ਵਿਵੇਚਨ ਕਰਨ ਵਾਲੀ ਬੁੱਧ ਜਾਗ ਪੈਂਦੀ ਹੈ। ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਪਰ ਇਹ ਹੁੰਦਾ ਤਾਂ ਜੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਮਿਲ ਜਾਏ। ਗੁਰੂ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਧੁਰ ਅੰਤਰਾਤਮੇ ਵਾਹਿਗੁਰੂ ਜੀ ਦੇ ਨਾਲ ਲਿਵ ਲੱਗ ਜਾਂਦੀ ਹੈ। ਅੰਦਰ ਹਿਰਦੇ 'ਚ ਜੋ ਲਿਵ ਸੁਰਤ ਦਾ ਪ੍ਰਵਾਹ ਹੈ, ਵਾਹਿਗੁਰੂ ਨਾਲ ਜਾਗ ਲੱਗ ਪੈਂਦਾ, ਲਗਾਤਾਰ ਹੀ ਹੋ ਜਾਂਦੀ ਹੈ। ਸੁਰਤ ਬਿਰਤੀ ਦਾ ਪ੍ਰਵਾਹ ਲਗਾਤਾਰ ਹੋ ਜਾਂਦਾ, ਜਿਵੇਂ ਤੇਲ ਦੀ ਧਾਰਾ ਚੱਲਦੀ ਹੈ। ਇਤ ਸੰਗਤ ਨਾਹੀਂ ਮਰਨਾ। ਐਸੀ ਸੰਗਤ ਵਿੱਚ ਵਸ ਕੇ, ਭਾਵ ਕਿ ਜਿਹੜਾ ਸਿਮਰਨ ਭਜਨ ਵਾਲਾ ਰਸਤਾ ਹੈ, ਨਾਮ ਦੀ ਸੰਗਤ ਵਿੱਚ ਰਹਿ ਕੇ ਨਾ ਹੀ ਮਰਨਾ, ਫਿਰ ਨਹੀਂ ਮਰਨਾ ਹੋਵੇਗਾ। ਹੁਕਮ ਪਛਾਣ ਤਾਂ ਖਸਮੈ ਮਿਲਣਾ। ਜੇ ਵਾਹਿਗੁਰੂ ਦੀ ਰਜ਼ਾ ਨੂੰ, ਪਰਮਾਤਮਾ ਦੇ ਹੁਕਮ ਨੂੰ ਪਛਾਣ ਲਈਏ, ਤਾਂ ਹੀ ਖਸਮ ਦੇ ਨਾਲ ਮਿਲਣਾ ਮਿਲਾਪ ਹੁੰਦਾ ਹੈ। ਹੁਕਮ ਨੂੰ ਪਛਾਣ ਕੇ ਹੀ ਖਸਮ ਦੇ ਨਾਲ ਮਿਲਾਪ ਹੁੰਦਾ ਹੈ। ਜੇ ਵਾਹਿਗੁਰੂ ਦੀ ਰਜ਼ਾ ਵਿੱਚ ਪ੍ਰਸੰਨ ਚਿੱਤ ਨਾ ਰਹੀਏ, ਤਾਂ ਫਿਰ ਨਹੀਂ ਮਿਲਾਪ ਹੁੰਦਾ। ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਇਹ ਪਾਵਨ। ਜਿਵੇਂ ਬਚਨ ਕੀਤਾ ਹੈ, ਮਾਨ ਨਾ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਨਾ ਮਾਣ ਕਰੀਏ, ਸ਼ਰਨ 'ਚ ਪੈ ਕਰੀਏ। ਜੋ ਵਾਹਿਗੁਰੂ ਕਰਦਾ ਉਸ ਨੂੰ ਭਲਾ ਕਰਕੇ ਮੰਨਣਾ,
ਜੋ ਕੁਛ ਵੀ ਹੋ ਰਿਹਾ ਵਾਹਿਗੁਰੂ ਦੇ ਹੁਕਮ 'ਚ ਸਹੀ ਹੋ ਰਿਹਾ। ਇੰਝ ਹੁਕਮ ਦੀ ਪਛਾਣ ਕਰਕੇ ਹੀ ਖਸਮ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਰਹਾਉ ਦੂਜਾ, ਗੁਰਬਾਣੀ ਵਿੱਚ ਕਈ ਸ਼ਬਦਾਂ ਵਿੱਚ ਇੱਕ ਤੋਂ ਵੱਧ ਰਹਾਉ ਨੇ। ਜਿਵੇਂ ਜੀਉ ਡਰਤ ਹੈ ਆਪਣਾ, ਉੱਥੇ 4 ਰਹਾਉ ਨੇ। ਸੋ ਇਸ ਪ੍ਰਕਾਰ ਕਈ ਸ਼ਬਦਾਂ ਵਿੱਚ ਪਹਿਲੇ ਰਹਾਉ ਵਿੱਚ ਹੁੰਦਾ ਪ੍ਰਸ਼ਨ, ਦੂਸਰੇ ਰਹਾਉ ਵਿੱਚ ਜਵਾਬ ਹੁੰਦਾ ਹੈ। ਇਹ ਸੁਤੰਤਰਤਾ ਆਜ਼ਾਦੀ ਹੈ ਸਤਿਗੁਰਾਂ ਦੀ। ਅਤੇ ਰਹਾਉ ਦਾ ਅਰਥ ਹੁੰਦਾ ਸਨਾਬੀ ਟੀਕਾ ਸਥਾਈ ਟੇਕ, ਮਤਲਬ ਕੇਂਦਰੀ ਭਾਵ ਸ਼ਬਦ ਦਾ। ਜਿਹੜਾ ਮਰਜ਼ੀ ਪਹਿਲਾ ਜਾਂ ਦੂਜਾ ਰਹਾਉ ਮੁੱਖ ਰੱਖ ਕੇ ਗਾਇਆ ਜਾਏ, ਬਾਕੀ ਸਾਰਾ ਸ਼ਬਦ ਉਹਦੇ ਦੁਆਲੇ ਘੁੰਮਦਾ। ਇਸ ਪ੍ਰਕਾਰ ਇਹ ਦੂਜਾ ਰਹਾਉ ਹੈ, ਅਖੀਰਲੀਆਂ 2 ਪੰਕਤੀਆਂ। ਅੱਗੇ ਸ੍ਰੀ ਰਾਗ ਤ੍ਰਿਲੋਚਨ ਕਾ। ਸ੍ਰੀ ਰਾਗ ਦੇ ਅੰਦਰ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਲਿਖਵਾ ਰਹੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ। ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ, ਹੇ ਸਵਾਸਾਂ ਦੇ ਪੁਤਲਿਆ, ਹੇ ਪ੍ਰਾਣਾ ਧਾਰੀ ਜੀਵ, ਮਾਇਆ ਦਾ ਮੋਹ ਤੇਰੇ ਮਨ ਵਿੱਚ ਅਗਲਾ, ਅੱਗ ਲੜਾ ਦਾ ਅਰਥ ਹੈ ਅਗਲਾ ਮਤੇ ਬਹੁਤਾ, ਅਗਲਾ ਬਹੁਤਾ ਮੋਹ ਤੇਰੇ ਮਨ ਅੰਦਰ ਮਾਇਆ ਦਾ ਮੋਹ ਵਧਿਆ ਹੋਇਆ। ਅਤੇ ਜਰਾ ਮਰਨ ਭਉ ਵਿਸਰ ਗਿਆ, ਜਰਾ ਬੁਢਾਪੇ ਦਾ ਭਉ ਅਤੇ ਮਰਨ ਮੌਤ ਦਾ ਭਉ, ਭਾਵ ਮੌਤ ਦਾ ਡਰ ਹੀ ਤੋਂ ਭੁਲਾਤਾ। ਕਾਲ ਦਾ ਸਮਾਂ ਜਿਹੜਾ ਅੰਤ ਵੇਲਾ ਆਉਣਾ ਤੇਰੇ 'ਤੇ, ਉਹ ਤੂੰ ਚੇਤਾ ਭੁਲਾਤਾ। ਇੱਥੇ ਇਹ ਨਹੀਂ ਉਪਦੇਸ਼ ਦੇ ਰਹੇ ਵੀ ਡਰੀ ਜਾਣਾ ਚਾਹੀਦਾ, ਵੀ ਮਰਨਾ ਚਾਹੀਏ ਕਿਤੇ, ਬੁਢੇਪਾ ਨਾ ਆ ਜਾਏ। ਨਹੀਂ, ਮਤਲਬ ਖਿਆਲ ਭੁਲਾ ਦਿੱਤਾ ਤੇ ਮੈਂ ਕਦੇ ਬੁੱਢੇ ਹੋਣਾ, ਕਦੇ ਮੇਰੇ ਸਰੀਰ ਦਾ ਅੰਤ ਹੋਣਾ, ਅਤੇ ਫਿਰ ਕੀ ਵਾਪਰੇਗਾ ਮੇਰੇ ਨਾਲ, ਮੇਰੀ ਰੂਹ ਨਾਲ, ਮੇਰੀ ਜਿੰਦ ਨਾਲ। ਇਹ ਤੂੰ ਜਿਹੜਾ ਭਾਵ ਡਰ ਆ ਨਾ, ਉਹ ਭੁਲਾ ਦਿੱਤਾ ਹੈ। ਕਿਉਂਕਿ ਅਗਲੇ ਜਹਾਨ ਤਾਂ ਅਮਲਾਂ ਦੇ ਨਿਬੇੜੇ ਹੋਣੇ ਨੇ, ਅਤੇ ਜੀਵਨ ਤੇਰਾ ਸਮਾਪਤ ਹੁੰਦਾ ਜਾ ਰਿਹਾ। ਬੁਢਾਪਾ ਆ ਜਾਏਗਾ, ਅਖੀਰ ਨੂੰ ਫਿਰ ਮ੍ਰਿਤੂ ਆ ਜਾਏਗੀ। ਉਹ ਵਿਚਾਰ ਖਿਆਲ ਤੂੰ ਭੁਲਾ ਦਿੱਤਾ ਹੈ, ਅਤੇ ਮਾਇਆ ਦਾ ਮੋਹ ਤੇਰੇ ਮਨ 'ਚ ਬਹੁਤਾ ਵਧਿਆ ਹੋਇਆ। ਕੁਟੰਬ ਦੇਖ ਬਿਗਸਹਿ ਕਮਲਾ ਜਿਉ, ਕੁਟੰਬ ਇਸਤਰੀ ਪਤਨੀ ਤੋਂ ਵਧਿਆ ਜੋ ਪਰਿਵਾਰ ਆ, ਉਹਨੂੰ ਕੁਟੰਬ ਕਹਿੰਦੇ ਨੇ। ਕੁਟੰਬ ਪਰਿਵਾਰ ਨੂੰ ਵੇਖ ਕੇ ਬਿਗਸਦਾ, ਖੁਸ਼ ਪ੍ਰਸੰਨ ਹੁੰਦਾ, ਇੰਝ ਖਿੜਦਾ ਜਿਵੇਂ ਕਮਲ ਫੁੱਲ ਖਿੜਦਾ। ਅਤੇ ਦੂਸਰਾ ਅਰਥ ਕਮਲਾ ਦਾ ਕੀਤਾ, ਜਿਵੇਂ ਕਮਲਾ ਮਨੁੱਖ ਵੇਖ ਵੇਖ ਕੇ ਹੱਸੀ ਜਾਂਦਾ। ਇਸ ਪ੍ਰਕਾਰ ਕਮਲਾ ਹੋਇਆ ਹੋਇਆ ਪਰਿਵਾਰ ਨੂੰ ਵੇਖ ਕੇ ਖੁਸ਼ ਪ੍ਰਸੰਨ ਹੋਈ ਜਾਂਦਾ, ਮੋਹ 'ਚ ਗਰਸਿਆ ਹੋਇਆ। ਅਤੇ ਪਰ ਘਰ ਜੋ ਹੈ ਕਪਟ ਨਰਾ, ਕਪਟ ਨਰਾ ਛਲ ਧੋਖਾ ਕਰਨ ਵਾਲੇ ਮਨੁੱਖ ਹੈ, ਧੋਖੇਬਾਜ਼ ਮਨੁੱਖ। ਪਰਾਇਆਂ ਘਰਾਂ ਵੱਲ ਵੀ ਜੋ ਹੈ ਤੱਕਦਾ ਤੂੰ। ਇੱਕ ਪਾਸੇ ਧਰਮ ਪਤਨੀ ਤੇਰੀ, ਅੱਗੇ ਬੱਚੇ ਵੀ ਹਨ, ਪਰਿਵਾਰ ਵਾਲਾ ਹੋ ਕੇ ਵੀ ਬਗਾਨਿਆਂ ਘਰਾਂ ਨੂੰ ਜੋ ਹੈ ਮੈਂ ਜੋਖਾਂ, ਜੋਖਦਾ, ਤਾੜਦਾ, ਤੱਕਦਾ ਬਗਾਨੇ ਘਰਾਂ ਨੂੰ। ਮਤਲਬ ਬਗਾਨਾ ਰੂਪ ਵੇਖਦਾ, ਬਗਾਨੇ ਘਰਾਂ ਜਾ ਕੇ ਵਿਭਚਾਰ ਆਦਿ ਕਰਦਾ। ਦੂੜਾ ਆਇਓ ਹੈ ਜਮਹਿ ਤਣਾ, ਦੂੜਾ ਮੈਨੇ ਦੌੜਦਾ ਭੱਜਦਾ ਆ ਰਿਹਾ ਹੈ, ਜਮਹਿ ਤਣਾ। ਧਰਮਰਾਜ ਦੇ ਜਿਹੜੇ ਤਣਾ ਪੁੱਤਰ ਨੇ ਨਾ, ਦੂਤ ਜਮਦੂਤ, ਵਾਹੋ ਉਦਾਹੀ ਕਰਦੇ ਆ ਰਹੇ ਨੇ, ਭੱਜੇ ਹੀ ਆ ਰਹੇ ਹਨ ਤੇਰੇ ਵੱਲ ਨੂੰ। ਭਾਵ ਮੌਤ ਦਾ ਸਮਾਂ ਨੇੜੇ ਆ ਰਿਹਾ, ਅਤੇ ਜਮਾਂ ਨੇ ਤੈਨੂੰ ਪਕੜ ਲੈਣਾ। ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਏ, ਉਹਨਾਂ ਦੇ ਅੱਗਰ ਭਾਗ, ਉਹਨਾਂ ਦੇ ਸਾਹਮਣੇ ਤੇਰੇ ਕੋਲ ਤਗਿਆ ਨਹੀਂ ਜਾਏਗਾ, ਟਿਕਿਆ ਨਹੀਂ ਜਾਵੇਗਾ। ਤੂੰ ਉਹਨਾਂ ਦੇ ਸਾਹਮਣੇ ਰੁਕ ਨਹੀਂ ਸਕਦਾ, ਭਾਵ ਕਿਸੇ ਪਾਸੇ ਤੂੰ ਅੜ ਨਹੀਂ ਸਕਦਾ ਉਹਨਾਂ ਦੇ ਅੱਗੇ ਖਲੋ ਕੇ। ਕੋਈ ਸਾਜਣ ਆਏ ਕਹੈ, ਹਜ਼ੂਰ ਕਹਿੰਦੇ ਕੋਈ ਵਿਰਲਾ ਸੱਜਣ ਹੈ ਜੋ ਇਸ ਜਗਤ ਸੰਸਾਰ ਵਿੱਚ ਆ ਕੇ ਇਹ ਕਹਿੰਦਾ, ਭਾਵ ਕਿ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦਾ, ਮਿਲ ਮੇਰੇ ਬੀਠਲਾ ਲੈ ਬਾਹੜੀ ਵਲਾਏ, ਬਾਂਹ ਵਲ ਕੇ ਮੇਰੇ ਗਰਦਨ ਦੇ ਉੱਤੋਂ ਦੀ ਗਲਵਕੜੀ ਪਾ ਕੇ ਇਹ ਮੇਰੇ ਬੀਠਲ ਪਰਮਾਤਮਾ ਜੀ ਮਿਲੋ। ਇਹ ਬੀਠਲਾ ਨਾਮਦੇਵ ਜੀ ਨੇ ਵੀ ਬਹੁਤ ਸ਼ਬਦ ਵਰਤਿਆ, ਪਰਮਾਤਮਾ ਦਾ ਹੀ ਵਾਚਕ ਹੈ। ਵਿਸ਼ਠਲ ਵੇ ਪਰੇ ਹੈ ਜਿਸ ਦਾ ਟਿਕਾਣਾ ਮਾਇਆ ਤੋਂ, ਵੇ ਮਾਇਆ ਤੋਂ ਪਰੇ ਸਥਲ ਟਿਕਾਣੇ 'ਤੇ ਰਹਿਣ ਵਾਲਾ ਵਾਹਿਗੁਰੂ, ਉਹਨੂੰ ਕਹਿੰਦੇ ਨੇ ਵਿਸ਼ਠਲ, ਅਤੇ ਇੱਥੋਂ ਹੀ ਸ਼ਬਦ ਬਣਿਆ ਬੀਠਲ। ਅਕਾਲ ਪੁਰਖ ਦੀ ਵੱਦਾਵਾਚਕ ਇਹ ਸ਼ਬਦ ਹੈ। ਹੇ ਵਾਹਿਗੁਰੂ ਮੇਰੇ ਬੀਠਲਾ, ਮੇਰੇ ਬੀਠਲ ਪਰਮਾਤਮਾ ਜੀ, ਲੈ ਬਾਹੜੀ ਵਲਾਏ, ਗਲਵਕੜੀ ਵਲ ਕੇ ਮੇਰੀ ਗਰਦਨ ਦੇ ਉੱਪਰ ਦੀ ਮੈਨੂੰ ਜੱਫੀ 'ਚ ਲੈ ਲਓ। ਮਿਲ ਮੇਰੇ ਰਮਈਆ ਮੈਂ ਲੇਹੇ ਛਡਾਏ। ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਜੋ ਬੇਨਤੀ ਕਰੇ,
ਹੇ ਮੇਰੇ ਰਮੇ ਹੋਏ ਪ੍ਰਮਾਤਮਾ, ਮਿਲ ਮੈਨੂੰ, ਤੂੰ ਮਿਲੇ ਤੇ ਤੂੰ ਹੀ ਮੈਨੂੰ ਛੁਡਾ ਸਕਦਾ। ਮੈਨੂੰ ਛੁਡਾ ਲਵੇਂ ਇਸ ਮੋਹਣੀ ਮਾਇਆ ਤੋਂ, ਜਿਸ ਦਾ ਮੋਹ ਮੇਰੇ ਮਨ ਅੰਦਰ ਪ੍ਰਬਲ ਹੋ ਰਿਹਾ ਹੈ, ਤੂੰ ਹੀ ਮੈਨੂੰ ਛੁਡਾ ਸਕਦਾ। ਇਹੋ ਜਿਹਾ ਵਿਰਲਾ ਕੋਈ ਸੱਜਣ, ਭਾਵ ਸੰਤ ਵਿਰਲੇ ਵਿਰਲੇ ਨੇ, ਭਗਤ ਵਿਰਲੇ ਵਿਰਲੇ ਹੀ ਹਨ ਇਸ ਸੰਸਾਰ ਤੇ, ਜੋ ਆ ਕੇ ਇੰਝ ਬੇਨਤੀ ਕਰਦੇ, ਬੰਦਗੀ ਕਰਦੇ ਨੇ। ਰਹਾਓ, ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ। ਹੇ ਸਵਾਸਾਂ ਦਿਆ ਪੁਤਲਿਆ, ਅਨੇਕਾਂ ਭੋਗ ਤੂੰ ਭੋਗੇ ਨੇ। ਭੋਗਾਂ ਪਦਾਰਥਾਂ, ਭੋਗ ਨਾਮ ਪਦਾਰਥਾਂ ਦਾ। ਇਸ ਮਾਇਆ ਦੇ ਅਨੇਕਾਂ ਭੋਗ ਤੇ ਅਨੇਕਾਂ ਤਰ੍ਹਾਂ ਦਾ ਮਾਇਆ ਦਾ ਜਿਹੜਾ ਰਾਜ ਪ੍ਰਤਾਪ ਹੈ, ਇਹਦੇ 'ਚ ਫਸ ਕੇ ਇਹ ਸਵਾਸਾਂ ਦਿਆ ਪੁਤਲਿਆ ਤੈਨੂੰ ਵਾਹਿਗੁਰੂ ਪਰਮਾਤਮਾ ਜੀ ਵਿਸਰ ਗਏ ਨੇ। ਪਰਮਾਤਮਾ ਭੁੱਲ ਗਿਆ ਹੈ। ਸੰਸਾਰ ਸਾਗਰ ਪੈ ਅਮਰ ਪਿਆ। ਇਹ ਜਿਹੜਾ ਸੰਸਾਰ ਸੰਸਿਆਂ ਦਾ ਘਰ ਹੈ ਨਾ, ਸਾਗਰ ਸਮੁੰਦਰ, ਇਹਦੇ ਵਿੱਚ ਪੈ ਕੇ, ਇਹਦੇ ਵਿੱਚ ਆ ਕੇ ਤੂੰ ਅਮਰ ਪਿਆ, ਆਪਣੇ ਆਪ ਨੂੰ ਅਮਰ ਹੋਇਆ ਸਮਝ ਬੈਠਾ। ਭਾਵ ਮੌਤ ਦਾ ਚੇਤਾ ਭੁਲਾਤਾ ਤੇ ਇੰਜ ਸਮਝ ਬੈਠਾ ਮੈਂ ਜਿਵੇਂ ਸਦਾ ਹੀ ਇੱਥੇ ਰਹਿਣਾ। ਮਾਇਆ ਮੂਠਾ ਚੇਤਸ ਨਾਹੀਂ। ਮਾਇਆ 'ਚ ਮੁੱਠਿਆ ਹੋਇਆ, ਲੁੱਟਿਆ ਹੋਇਆ ਜੀ, ਚੇਤਸ ਨਾਹੀਂ, ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ। ਜਨਮ ਗਵਾਇਓ ਆਲਸੀਆ। ਇਹ ਆਲਸੀਆ, ਆਲਸ ਦਲਿੱਦਰ ਦਿਆ ਮਾਰਿਆ ਹੋਇਆ, ਕਿਉਂਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦਾ ਵੇਲਾ, ਅੰਮ੍ਰਿਤ ਵੇਲਾ ਹੁੰਦਾ ਨਾ, ਉਦੋਂ ਰਜਾਈ ਚਾਦਰ ਖਿੱਚ ਖਿੱਚ ਕੇ ਉੱਤੇ ਲੈਂਦਾ ਵੀ ਹੋਰ ਸੌਂ ਲਈਏ, ਹੋਰ ਸੌਂ ਲਈਏ। ਪਰ ਜੇ ਇਹਨੂੰ ਮਾਇਆ ਦਾ ਲਾਲਚ ਵਿਖਾਇਆ ਜਾਏ ਤੇ ਫਿਰ ਭਾਵੇਂ ਸਾਰੀ ਰਾਤ ਨਾ ਸੌਂਏ। ਇਸ ਪ੍ਰਕਾਰ ਦੀ ਅਗਿਆਨਤਾ ਇਹਦੇ ਅੰਦਰ ਫੈਲੀ ਹੋਈ ਹੈ। ਮਾਇਆ ਵਿੱਚ ਲੁੱਟਿਆ ਹੋਇਆ, ਚੇਤੇ ਹੀ ਨਹੀਂ ਕਰਦਾ ਵਾਹਿਗੁਰੂ ਨੂੰ। ਆਲਸੀਆ, ਦਲਿਦਰੀਆ, ਤੂੰ ਆਪਣਾ ਮਨੁੱਖਾ ਜਨਮ ਗਵਾ ਲਿਆ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਾਵ ਸਸ ਤਹ ਨਾ ਪ੍ਰਵੇਸੰ। ਇਸ ਪੰਕਤੀ ਦਾ ਅਰਥ ਵੀ ਦੋ ਤਰ੍ਹਾਂ ਨਾਲ ਕੀਤਾ ਵਿਦਵਾਨਾਂ ਨੇ। ਬਿਖਮ ਮੈਨੇ ਕਠਨ, ਘੋਰ ਭਿਆਨਕ ਪੰਥ, ਰਸਤੇ ਤੇ ਜੋ ਮਾਇਆ ਦੇ ਮੋਹ ਦਾ ਰਸਤਾ ਹੈ, ਉਸ ਤੇ ਚੱਲਦਾ ਤੂੰ, ਇਸ ਰਸਤੇ ਤੇ ਚੱਲਣਾ ਹੋਇਆ ਤੇਰਾ। ਇਹ ਪ੍ਰਾਣੀ ਸਵਾਸਾਂ ਦੇ ਪੁਤਲਿਆ, ਨਾ ਸੂਰਜ ਤੇ ਨਾ ਚੰਦਰਮਾ ਉੱਥੇ ਪ੍ਰਵੇਸ਼ ਕਰਦੇ ਨੇ। ਮਤਲਬ ਨਾ ਦਿਨ ਹੈ ਤੇ ਨਾ ਰਾਤ, ਭਾਵ ਦਿਨੇ ਰਾਤ ਹੀ ਤੂੰ ਇਹ ਮਾਇਆ ਦੇ ਮੋਹ ਰੂਪੀ ਘੋਰ ਭਿਆਨਕ ਬਿਖਮ ਕਠਨ ਪੰਥ ਰਸਤੇ ਤੇ ਚੱਲਦਾ ਪਿਆ। ਦੂਸਰਾ ਇਸ ਪੰਕਤੀ ਦਾ ਅਰਥ ਹੈ ਜਦੋਂ ਪ੍ਰਲੋਕ ਨੂੰ ਜਾਣਾ। ਸਰੀਰ ਤਿਆਗਣ ਤੋਂ ਬਾਅਦ ਇਹ ਪ੍ਰਾਣੀ ਸਵਾਸਾਂ ਦੇ ਪੁਤਲੇ ਜੀਵ, ਜਿਹੜਾ ਬੜਾ ਘੋਰ ਭਿਆਨਕ ਤੇ ਬਿਖਮ ਕਠਨ ਪੰਥ ਰਸਤਾ, ਉਸ ਰਸਤੇ ਤੇ ਤੂੰ ਚੱਲਣਾ ਹੈ। ਉੱਥੇ ਨਾ ਸੂਰਜ ਦੀ ਰੋਸ਼ਨੀ ਹੈ, ਨਾ ਚੰਦਰਮਾ ਦਾ ਪ੍ਰਕਾਸ਼। ਸੂਰਜ ਚੰਦਰਮਾ ਉੱਥੇ ਪ੍ਰਵੇਸ਼ ਨਹੀਂ ਕਰਦੇ। ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜੀ ਅਲੇ ਸੰਸਾਰਨ, ਜਾਂ ਜਦੋਂ ਤਜੀ ਅਲੇ ਛੱਡ ਦਿੱਤਾ ਇਸ ਸੰਸਾਰ ਨੂੰ ਤੂੰ, ਤੇ ਜਿਸ ਮਾਇਆ ਵਿੱਚ ਮੋਹ ਕਰਕੇ ਤੂੰ ਗਲਤਾਨ ਹੋ ਰਿਹਾ, ਉਦੋਂ ਅਵਸੋਂ ਹੀ ਆਪਣੇ ਆਪ ਹੀ ਨਿਰਯਤਨ ਹੀ ਮਾਇਆ ਦਾ ਮੋਹ ਵਿਸਰ ਗਿਆ ਸਮਝ। ਉਸ ਵੇਲੇ ਮਾਇਆ ਦਾ ਮੋਹ ਜੋ ਹੈ ਆਪਣੇ ਆਪ ਹੀ ਪਕੜ ਛੁੱਟ ਜਾਣੀ ਹੈ। ਜਦੋਂ ਨਾਲ ਤਾਂ ਕੁਛ ਜਾਣਾ ਨਹੀਂ, ਫਿਰ ਮੋਹ ਕਰਕੇ ਕਰੇਗਾ ਕੀ? ਫਿਰ ਇਸ ਕਰਕੇ ਮੋਹ ਛੁੱਟ ਜਾਂਦਾ। ਮਾਇਆ ਦਾ ਮੋਹ ਉਸ ਵੇਲੇ ਵਿਸਰ ਗਿਆ ਜਦੋਂ ਸੰਸਾਰ ਛੱਡ ਦਿੱਤਾ। ਆਜ ਮੇਰਾ ਮਨ ਪ੍ਰਗਟ ਭਇਆ ਹੈ, ਵੇਖੀ ਅਲੇ ਧਰਮ ਰਾਓ। ਅੱਜ ਮੇਰੇ ਮਨ ਅੰਦਰ ਇਹ ਗਿਆਨ ਪ੍ਰਗਟ ਹੋਇਆ ਹੈ, ਵੇਖੀ ਅਲੇ ਧਰਮ ਰਾਓ, ਕਿ ਧਰਮਰਾਜ ਸਾਰਿਆਂ ਜੀਆਂ ਨੂੰ ਵੇਖ ਰਿਹਾ। ਮਾਇਆ ਦੇ ਮੋਹ 'ਚ ਗਲਤਾਨ ਹੋਏ ਰਹੀਏ ਤੇ ਧਰਮਰਾਜ ਜ਼ਰੂਰ ਜਿਉਂਦਾ ਵੇਖਦਾ ਹੈ। ਸੋ ਇਸ ਪ੍ਰਕਾਰ ਧਰਮਰਾਜ ਦਾ ਚਿਹਰਾ ਮੋਹਰਾ ਉਹਦੀ ਦਰਬਾਰ ਨੂੰ ਵੇਖਣਾ ਹੀ ਪਵੇਗਾ, ਭਾਵ ਸਾਹਮਣਾ ਕਰਨਾ ਹੀ ਪਵੇਗਾ ਜੇ ਮਾਇਆ ਦੇ ਮੋਹ 'ਚ ਰਹੇ ਤਾਂ। ਤਹਿ ਕਰ ਦਲ ਕਰਨ ਮਹਾਬਲੀ, ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਏ। ਅੱਗ ਲੜੈ ਮੈਂ ਇਕੱਠਾ ਪਾਠ ਕਰਨਾ, ਬਿੰਦੀ ਵੀ ਨਹੀਂ ਲਾਉਣੀ। ਤਹਿ ਉੱਥੇ ਕਰ ਦਲ ਕਰਨ, ਕਰ ਹੱਥਾਂ ਦੇ ਨਾਲ, ਦਲ ਕਰਨ ਦਲ ਸੁੱਟਦੇ ਨੇ। ਮਹਾਬਲੀ, ਮਹਾਨ ਬਲੀ ਜਿਹੜੇ ਯਮਦੂਤ ਨੇ, ਮਹਾਨ ਬਲੀ ਆਪਣੇ ਆਪ ਨੂੰ ਸੂਰਮੇ ਕਹਾਉਣ ਵਾਲੇ ਲੋਕਾਂ ਨੂੰ ਵੀ ਉੱਥੇ ਕਰ ਹੱਥਾਂ ਦੇ ਨਾਲ ਦਲਮਲ ਕਰ ਦਿੰਦੇ ਨੇ, ਦਲ ਸੁੱਟਦੇ ਨੇ। ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਏ, ਉਹਨਾਂ ਦੇ ਅੱਗੇ ਠਹਿਰਿਆ ਨਹੀਂ ਜਾ ਸਕਦਾ। ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣ। ਜੇ ਕੋਈ ਮੈਨੂੰ ਉਪਦੇਸ਼ ਕਰਦਾ ਹੈ ਤਾਂ ਇਹ ਉਪਦੇਸ਼ ਦੇਵੇ
ਉਪਦੇਸ਼ ਕੀ ਦਵੇ, ਐਸਾ ਉਪਦੇਸ਼ ਦਵੇ ਕਿ ਬਣ ਬਿਰਛਾਂ ਦੇ ਅੰਦਰ ਵੀ ਤ੍ਰਿਣ ਜਿਹੜੇ ਕੱਖ ਤੀਲੇ ਹਨ ਉਹਨਾਂ ਵਿੱਚ ਵੀ ਰਤੜਾ ਰਤਿਆ ਰੰਗਿਆ ਹੋਇਆ ਨਾਰਾਇਣ ਪਰਮਾਤਮਾ ਭਾਵ ਸਾਰੀ ਕੁਦਰਤ ਵਿੱਚ ਪਰਮਾਤਮਾ ਹੀ ਸਮਾਇਆ ਹੋਇਆ। ਐਸਾ ਉਪਦੇਸ਼ ਦੇਵੇ ਜਿਹਨੇ ਮੈਨੂੰ ਦੇਣਾ। ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਤ ਤ੍ਰਿਲੋਚਨ ਰਾਮਈਆ। ਹੇ ਰਾਮ ਰਮੇ ਹੋਏ ਪਰਮਾਤਮਾ ਜੀ, ਤੇਰਾ ਭਗਤ ਤ੍ਰਿਲੋਚਨ ਬਦਤ ਬੋਲਦਾ ਇਹ ਬੇਨਤੀ ਕਰਦਾ ਹੈ ਕਿ ਹੇ ਵਾਹਿਗੁਰੂ ਜੀ, ਤੁਸੀਂ ਸਭ ਕੁਛ ਆਪ ਜਾਣਦੇ ਹੋ, ਤੁਹਾਥੋਂ ਕੁਝ ਓਹਲਾ ਨਹੀਂ। ਤੁਸੀਂ ਅੰਤਰਜਾਮੀ, ਬਾਹਰ ਦੀਆਂ ਅੰਦਰ ਦੀਆਂ ਸਾਰੀਆਂ ਤੁਸੀਂ ਜਾਣਦੇ ਹੋ ਮਹਾਰਾਜ। ਮੈਂ ਤਾਂ ਸਿਰਫ ਤੁਹਾਡਾ ਸੇਵਕ ਤੁਹਾਨੂੰ ਬੇਨਤੀ ਕਰਦਾ। ਸ਼੍ਰੀ ਰਾਗ ਭਗਤ ਕਬੀਰ ਜੀ ਹੋਗਾ। ਸ਼੍ਰੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਅਗਲਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਹ ਸ਼ਬਦ ਦੀ ਥਾਨਕਾ ਵਿੱਚ ਦੱਸਦੇ ਨੇ ਵੀ ਇੱਕ ਪੰਡਤ ਸੀ ਪਾਂਡਾ ਤੇ ਇੱਕ ਜੋਗੀ। ਇਹ ਦੋਵੇਂ ਕਬੀਰ ਜੀ ਨਾਲ ਆ ਕੇ ਵਿਚਾਰ ਵਟਾਂਦਰਾ ਕਰ ਰਹੇ ਨੇ। ਤਾਂ ਜਿਹੜਾ ਪਾਂਡਾ ਸੀ ਉਹ ਮਾਇਆ ਬਾਰੇ ਕੁਛ ਕਹਿਣ ਲੱਗਾ ਤੇ ਜਿਹੜਾ ਜੋਗੀ ਸੀ ਉਹ ਕਹਿਣ ਲੱਗਾ ਵੀ ਅਸੀਂ ਤਾਂ ਸ਼ਰਾਬ ਕੱਢ ਕੇ ਤੇ ਉਸ ਸ਼ਰਾਬ ਨੂੰ ਵਧੀਆ ਇੱਕ ਨੰਬਰ ਦੀ ਪਹਿਲੇ ਤੋੜ ਦੀ ਸ਼ਰਾਬ ਪੀ ਕੇ ਫਿਰ ਅਸੀਂ ਸਮਾਧੀਆਂ ਲਾਉਂਦੇ ਹਾਂ। ਤਾਂ ਭਗਤ ਕਬੀਰ ਜੀ ਦੋਵਾਂ ਨੂੰ ਉਪਦੇਸ਼ ਦੇ ਰਹੇ ਨੇ ਵਾਰੀ ਵਾਰੀ। ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਏ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੰਜ ਅਰਥ ਕੀਤਾ ਤੇ ਰੇ ਹੈ ਪੰਡਿਆ ਪਾਂਡੇ, ਅਚਰਜ ਏਕ ਸੁਨੋ। ਇੱਕ ਅਚਰਜ ਰੂਪ ਪ੍ਰਮਾਤਮਾ ਹੈ, ਇਹ ਤੂੰ ਸੁਣ। ਅਬ ਕਿਛ ਕਹਿਣ ਨਾ ਜਾਏ, ਅਬ ਹੁਣ ਕੁਛ ਕਹਿ ਨਹੀਂ ਜਾਂਦਾ ਕਿ ਕਿਹੋ ਜਿਹਾ ਪ੍ਰਮਾਤਮਾ, ਇਹ ਅਚਰਜ ਹੈ। ਤੇ ਅਗਲਾ ਅਰਥ ਉਂਝ ਹੀ ਕੀਤਾ ਜਿਵੇਂ ਬਾਕੀ ਵਿਦਵਾਨਾਂ ਨੇ ਕੀਤੇ ਨੇ, ਪਰ ਸੰਪਰਦਾਵਾਂ 'ਚ ਅਰਥ ਇਹ ਹੈ ਕਿ ਰੇ ਹੈ ਪੰਡਿਆ, ਇੱਕ ਮਾਇਆ ਦਾ ਐਸਾ ਅਚਰਜ ਰੂਪ ਤੂੰ ਸੁਣ। ਅਬ ਕਿਛ ਕਹਿਣ ਨਾ ਜਾਏ, ਹੁਣ ਤਾਂ ਕੁਛ ਉਸ ਮਾਇਆ ਬਾਰੇ ਕਿਹਾ ਹੀ ਨਹੀਂ ਜਾ ਸਕਦਾ, ਕਿਉਂਕਿ ਮਾਇਆ ਜਿਹੜੀਆਂ 9 ਜੁਗਤੀਆਂ ਹਨ ਉਹਨਾਂ ਕਰਕੇ ਜਿਹਦਾ ਵਰਣਨ ਨਾ ਕੀਤਾ ਜਾਏ। ਇੱਕ ਤਾਂ ਬਈ ਦੱਸੋ ਮਾਇਆ ਸਤ ਹੈ, ਨਹੀਂ ਸਤ ਵੀ ਨਹੀਂ। ਫਿਰ ਕੀ ਅਸਤ ਹੈ, ਨਹੀਂ ਅਸਤ ਵੀ ਨਹੀਂ। ਫਿਰ ਕਹੋ ਸਤ ਤੇ ਅਸਤ ਉਭੈ ਹੈ, ਵੀ ਦੋ ਤਰ੍ਹਾਂ ਦੀ ਮਾਇਆ ਸਤ ਤੇ ਅਸਤ ਦੋਵੇਂ ਜੁੜੀ ਹੋਏ ਆਪਸ ਵਿੱਚ, ਕਹਿੰਦੇ ਨੇ ਸਤ ਅਸਤ ਉਭੈ ਵੀ ਨਹੀਂ ਹੈ। ਫਿਰ ਕੀ ਇਹ ਜਿਹੜੀ ਮਾਇਆ ਹੈ ਇਹ ਪਰਮੇਸ਼ਰ ਤੋਂ ਭਿੰਨ ਹੈ, ਨਹੀਂ ਜੀ। ਅਭਿੰਨ ਹੈ, ਨਹੀਂ ਜੀ। ਭਿੰਨ ਅਭਿੰਨ ਹੈ, ਨਹੀਂ ਜੀ। ਔਰ ਇਸੇ ਪ੍ਰਕਾਰ ਫਿਰ ਇਹ ਅਵੈਵ ਹੈ ਕਿ ਨਿਰ ਅਵੈਵ ਹੈ। ਅਵੈਵ ਦਾ ਅਰਥ ਅੰਗਾਂ ਵਾਲੀ ਹੈ ਕਿ ਬਿਨਾਂ ਅੰਗਾਂ ਤੋਂ ਹੈ, ਕਿ ਜਾਂ ਅੰਗਾਂ ਵਾਲੀ ਵੀ ਤੇ ਬਿਨਾਂ ਅੰਗਾਂ ਤੋਂ ਵੀ ਹੈ। ਇੰਜ ਨਹੀਂ ਹੋ ਸਕਦਾ, ਇਹਦਾ ਕਥਨ ਇੰਜ ਕੀਤਾ ਨਹੀਂ ਜਾ ਸਕਦਾ। ਸਤ ਨਹੀਂ ਤਾਂ ਕਹੀ ਜਾ ਸਕਦੀ, ਸਤ ਨਹੀਂ ਕਹੀ ਜਾ ਸਕਦੀ ਕਿਉਂਕਿ ਨਾਸਵੰਤ ਹੈ। ਅਸਤ ਹੈ, ਨਹੀਂ ਦਿਖਾਈ ਦੇ ਰਹੀ ਹੈ, ਪਰਮੇਸ਼ਰ ਦੀ ਚੇਤਨ ਸੱਤਾ ਵਿੱਚ ਹੈ ਤੇ ਹਿਲਦੀ ਜੁਲਦੀ ਦਿਖਾਈ ਦੇ ਰਹੀ ਹੈ। ਫਿਰ ਕੀ ਸਤ ਅਸਤ ਉਭੈ ਹੈ, ਨਹੀਂ। ਖਿਨ ਭੰਗਰ ਜੂ ਹੋਈ, ਪਰਮਾਤਮਾ ਸਤ ਹੈ। ਫਿਰ ਜੀ ਕੀ ਇਹ ਪਰਮੇਸ਼ਰ ਤੋਂ ਭਿੰਨ ਹੈ, ਨਹੀਂ। ਚੇਤਨ ਸੱਤਾ ਵਿੱਚ ਹੈ ਤੇ ਭਿੰਨ ਵੀ ਨਹੀਂ। ਅਭਿੰਨ ਹੈ, ਨਹੀਂ। ਮਾਇਆ ਦਾ ਪ੍ਰਭਾਵ ਵਾਹਿਗੁਰੂ ਦੇ ਉੱਪਰ ਨਹੀਂ ਹੈ, ਸੋ ਇਸ ਪ੍ਰਕਾਰ ਅਭਿੰਨ ਵੀ ਨਹੀਂ। ਭਿੰਨ ਅਭਿੰਨ ਦੋਵੇਂ ਇਸ ਤਰ੍ਹਾਂ ਵੀ ਨਹੀਂ। ਇਹ ਅੰਗਾਂ ਵਾਲੀ ਆ ਤਾਂ ਨਹੀਂ। ਕੀ ਨਿਰਅੰਗ ਹੈ, ਨਹੀਂ। ਅੰਗਾਂ ਤੋਂ ਬਗੈਰ ਵੀ ਨਹੀਂ। ਅੰਗ ਹੈ ਵੀ ਦਿਸਦੇ ਪਰ ਖਿਨ ਭੰਗਰ ਨੇ। ਅੰਗਾਂ ਵਾਲੀ ਤੇ ਨਿਰਅੰਗ ਨਹੀਂ, ਇੰਝ ਵੀ ਨਹੀਂ ਕਹੀ ਜਾ ਸਕਦੀ। ਕੀ ਕਿਹਾ ਜਾਏ, ਅਨਰਬਚ ਨਹੀਂ। ਇਸ ਦੇ ਸਰੂਪ ਨੂੰ ਕੁਛ ਕਿਹਾ ਹੀ ਨਹੀਂ ਜਾ ਸਕਦਾ ਵੀ ਮਾਇਆ ਦਾ ਸਰੂਪ ਕੀ ਹੈ, ਜਾਂ ਕੁਛ ਕਥਨ ਕਰਨ ਲਈ ਇੰਝ ਕਹਿ ਦਿੰਦੇ ਨੇ ਮਿਥਿਆ। ਕੁਝ ਸਮੇਂ ਲਈ ਮਿਥਿਆ ਮਿਥੀ ਹੋਈ ਹੈ, ਫਿਰ ਨਹੀਂ ਰਹੇਗੀ। ਪਹਿਲਾਂ ਵੀ ਨਹੀਂ ਸੀ, ਆਉਣ ਵਾਲੇ ਸਮੇਂ 'ਚ ਵੀ ਨਹੀਂ। ਹੁਣ ਵਰਤਮਾਨ ਸਮੇਂ 'ਚ ਪ੍ਰਤੀਤ ਹੋ ਰਹੀ ਹੈ ਵੀ ਹੈ, ਪਰ ਹੈ ਕੁਛ ਵੀ ਨਹੀਂ। ਇਸ ਪ੍ਰਕਾਰ ਹੀ ਮਹਾਂਪੁਰਸ਼ਾਂ ਨੇ ਅਰਥ ਕੀਤੇ ਨੇ ਭਈ ਇਸ ਮਾਇਆ ਦਾ ਇੱਕ ਅਚਰਜ ਤੁਸੀਂ ਸੁਣੋ ਪਾਂਡਾ ਜੀ। ਅਬ ਹੁਣ ਕੁਛ ਕਿਹਾ ਹੀ ਨਹੀਂ ਜਾ ਸਕਦਾ ਮਾਇਆ ਬਾਰੇ ਵੀ ਇਹ ਕਿਆ ਹੈ। ਸੁਰ ਨਰ ਗਣ ਗੰਧਰਵ ਜਨ ਮੋਹੇ ਤ੍ਰਿਭਵਨ ਮੇਖਲੀ ਲਾਈ। ਸੁਰ ਦੇਵਤੇ, ਨਰ ਮਨੁੱਖ, ਗਣ, ਸ਼ਿਵ ਜੀ ਦੇ ਜਿਹੜੇ ਖਾਸ ਸੇਵਕ ਨੇ ਉਹਨਾਂ ਨੂੰ ਸ਼ਿਵ ਗਣ ਕਹਿੰਦੇ ਨੇ। ਰਾਮ ਗਣ ਵੀ ਹੁੰਦੇ ਨੇ, ਰਾਮ ਚੰਦਰ ਜੀ ਦੇ ਨਿਕਟਵਰਤੀ ਸੇਵਕ। ਤੇ ਗੰਧਰਵ, ਗੰਧਰਵ ਦਾ ਅਰਥ ਹੈ ਦੇਵਤਿਆਂ ਦੇ ਰਾਗੀ, ਉਹਨਾਂ ਦੀਆਂ ਪੁਰੀਆਂ ਵਿੱਚ ਰਹਿਣ ਵਾਲੇ ਜਿਹੜੇ ਰਾਗੀ ਨੇ
ਗਾਇਨ ਕਰਨ ਵਾਲੇ, ਤੇ ਕਿੰਨਰ ਹੁੰਦੇ ਨੇ ਵਜੰਤਰੀ। ਇੱਥੇ ਗੰਧਰਵ ਕੱਲਾ ਲਿਖਿਆ। ਜਿਸ ਮਾਇਆ ਨੇ ਮਨੁੱਖ ਵੀ, ਦੇਵਤੇ ਵੀ, ਗਣ ਦੇਵਤਿਆਂ ਦੇ ਨਿਕਟਵਰਤੀ ਸੇਵਕ ਤੇ ਰਾਗੀ, ਉਹਨਾਂ ਦੇ ਗਾਇਨ ਕਰਨ ਵਾਲੇ, ਉਹ ਸਾਰੇ ਜਿਸ ਨੇ ਮੋਹੇ ਹੋਏ ਨੇ, ਆਪਣੇ ਸਰੂਪ ਵਿੱਚ ਮੋਹਿਤ ਕੀਤੇ ਹੋਏ ਨੇ। ਤ੍ਰਿਭਵਨ ਮੇਖੁਲੀ ਲਾਈ, ਤਿੰਨਾਂ ਭਵਨਾਂ ਦੇ ਜੀਆਂ ਦੇ ਦੁਆਲੇ ਉਸ ਨੇ ਰੱਸੀ ਪਾਈ ਹੋਈ ਹੈ। ਮੇਖੁਲੀ ਇੱਕ ਗੋਦੜਾ ਵੀ ਹੁੰਦਾ ਹੈ, ਜਿਵੇਂ ਲੀਰਾਂ ਦੀ ਜੁੱਲੀ ਹੁੰਦੀ ਛੋਟੀ, ਇੱਕ ਗੋਦੜਾ ਵੱਡਾ ਸਾਰਾ ਹੁੰਦਾ, ਜੇ 20-25 ਬੰਦੇ ਵੜ ਜਾਣ। ਇਸ ਤਰ੍ਹਾਂ ਉਸ ਮਾਇਆ ਨੇ ਸਾਰਿਆਂ ਨੂੰ ਕਾਬੂ ਕੀਤਾ ਹੋਇਆ। ਇੱਕ ਮੇਖਲੀ ਮੇਖ ਗੱਡ ਕੇ ਰੱਸੀ ਬੱਧੀ ਹੁੰਦੀ ਹੈ, ਉਹਦੇ ਨਾਲ ਜਿਵੇਂ ਘੋੜਿਆਂ ਨੂੰ ਪਿਛਾੜੀਆਂ ਪਾ ਕੇ ਉਸ ਰੱਸੀ ਨਾਲ ਸਾਰੇ ਬੰਨ੍ਹ ਦਿੰਦੇ, ਜਿਵੇਂ ਜਾਂ ਖੋਤਿਆਂ ਨੂੰ ਪੈਂਖੜ ਪਾਇਆ ਹੁੰਦਾ। ਇਤਿਆਦਿਕ ਇਸ ਮੇਖਲੀ ਦੇ ਅਰਥ ਤੜਾਗੀ ਵੀ ਕੀਤੇ ਗਏ ਨੇ। ਅਸਲ ਗੱਲ ਇੱਥੇ ਆਉਂਦੀ ਹੈ ਕਿ ਜਿਸ ਮਾਇਆ ਨੇ ਤਿੰਨਾਂ ਭਵਨਾਂ ਦੇ ਜੀਆਂ ਨੂੰ ਆਪਣੀ ਜਕੜਨ ਵਿੱਚ ਲਿਆ ਹੋਇਆ, ਰੱਸੀ ਪਾਈ ਹੋਈ ਹੈ ਮੋਹ ਦੀ। ਰਾਜਾ ਰਾਮ ਅਨਹਦ ਕਿੰਗਰੀ ਬਾਜਾ, ਕਿਉਂਕਿ ਜੋਗੀ ਕਹਿੰਦੇ ਸੀ ਅਸੀਂ ਕਿੰਗ ਵਜਾਉਂਦੇ ਹਾਂ, ਤਾਂ ਕਬੀਰ ਜੀ ਕਹਿ ਰਹੇ ਨੇ ਵੀ ਜਿਹੜਾ ਰਾਜਾ ਰਾਮ ਹੈ ਨਾ, ਰਾਜ ਪ੍ਰਕਾਸ਼ ਰੂਪ ਰਾਮ ਰਮਿਆ ਹੋਇਆ ਵਾਹਿਗੁਰੂ, ਸਾਰੀ ਸ੍ਰਿਸ਼ਟੀ ਦਾ ਰਾਜਾ ਮਾਲਕ ਤੇ ਰਮਿਆ ਹੋਇਆ, ਉਹਦੇ ਸ਼ਬਦ ਦੀ ਜਿਹੜੀ ਹੱਦ ਤੋਂ ਰਹਿਤ ਇੱਕ ਰਸ ਧੁਨ ਹੈ, ਇਹੀ ਸਾਡੀ ਕਿੰਗਰੀ ਵੱਜ ਰਹੀ ਹੈ। ਪਰਮਾਤਮਾ ਰਾਜਾ ਰਾਮ ਦੀ ਕਿੰਗਰੀ ਤਾਂ ਇੱਕ ਰਸ ਵੱਜ ਰਹੀ ਹੈ। ਜਾ ਕੇ ਦਿਸ਼ਟ ਨਾਦ ਲਿਵ ਲਾਗੈ, ਜਿਸ ਪਰਮਾਤਮਾ ਦੀ ਦ੍ਰਿਸ਼ਟੀ ਕਰਕੇ, ਨਜ਼ਰ ਕਰਕੇ, ਮਿਹਰ ਦੀ ਦ੍ਰਿਸ਼ਟੀ ਕਰਕੇ ਨਾਦ ਸ਼ਬਦ ਦੇ ਨਾਲ ਲਿਵ ਲੱਗ ਜਾਂਦੀ ਹੈ। ਇਹ ਪਰਮਾਤਮਾ ਦੀ ਕਿੰਗਰੀ, ਇਹ ਕਿੰਗ, ਇਹ ਅਨਹਦ ਨਾਦ ਨਾਦੀ ਵੱਜ ਰਹੀ ਹੈ। ਰਹਾਓ। ਫਿਰ ਉਹ ਕਹਿੰਦੇ ਅਸੀਂ ਸ਼ਰਾਬ ਜਿਹੜੀ ਅਸੀਂ ਪੀਂਦੇ ਉਹਦੇ ਨਾਲ ਬੜੀ ਲਿਵ ਜੁੜਦੀ ਹੈ, ਤਾਂ ਕਬੀਰ ਜੀ ਕਹਿੰਦੇ ਅਸੀਂ ਵੀ ਸ਼ਰਾਬ ਕੱਢਦੇ ਹਾਂ ਤੇ ਪੀਂਦੇ ਹਾਂ। ਕਿਹੜੀ ਜੀ? ਭਾਠੀ ਗਗਨ, ਜਿਹੜਾ ਗਗਨ ਦਸਮ ਦੁਆਰ ਹੈ ਨਾ, ਇਹਨੂੰ ਅਸੀਂ ਭੱਠੀ ਬਣਾਇਆ ਹੋਇਆ। ਸਿੰਗਿਆਂ ਔਰ ਚੁੰਗਿਆਂ, ਦੋ ਨਾਲੀਆਂ ਹੁੰਦੀਆਂ ਨੇ, ਇੱਕ ਨਾਲੀ ਰਾਹੀਂ ਵਾਧੂ ਪਾਣੀ ਬਾਹਰ ਨੂੰ ਨਿਕਲਦਾ ਹੈ, ਤੇ ਇੱਕ ਨਾਲੀ ਰਾਹੀਂ ਜਿਹੜਾ ਕਸੀਸ ਰਸ ਹੈ, ਸ਼ਰਾਬ ਜਿਹਨੂੰ ਕਹਿੰਦੇ ਨੇ, ਉਹ ਕੱਢਿਆ ਜਾਂਦਾ। ਸੋ ਇਸ ਪ੍ਰਕਾਰ ਭੱਠੀ ਸਾਡਾ ਗਗਨ ਦਸਮ ਦੁਆਰ ਹੈ, ਤੇ ਇੜਾ, ਜਿਹੜੀ ਇੜਾ ਤੇ ਪਿੰਗਲਾ ਦੋ ਨਾੜੀਆਂ, ਇਹ ਇੱਕ ਪਾਣੀ ਬਾਹਰ ਨੂੰ ਕੱਢਣ ਵਾਲੀ ਨਾਲੀ ਹੈ ਤੇ ਇੱਕ ਸ਼ਰਾਬ ਕੱਢਣ ਵਾਲੀ ਨਾਲੀ ਹੈ। ਕਨਕ ਕਲਸ ਇੱਕ ਪਾਇਆ, ਤੇ ਹਿਰਦਾ ਨਾ ਜਿਹੜਾ ਸਾਡਾ ਸ਼ੁੱਧ ਕੀਤਾ ਹਿਰਦਾ ਅੰਤਸ਼ਕਰਨ, ਇਹ ਸੋਨੇ ਦਾ ਕਲਸ ਘੜਾ ਹੈ। ਇਹ ਅਸੀਂ ਐਸਾ ਪ੍ਰਾਪਤ ਕੀਤਾ ਇੱਕ ਘੜਾ ਸ਼ਰਾਬ ਦਾ। ਹਿਰਦਾ ਭਾਵ ਸ਼ੁੱਧ ਹੈ, ਇਹਦੇ 'ਚ ਸ਼ਰਾਬ ਚੁਆਈ ਹੈ। ਇਸੇ ਤਰ੍ਹਾਂ ਇੰਝ ਵੀ ਅਰਥ ਕੀਤਾ ਮਹਾਂਪੁਰਸ਼ਾਂ ਦਾਨਿਆਂ ਨੇ, ਭਾਠੀ ਗਗਨ ਚਿਦਾਕਾਸ਼ ਜੋ ਵਾਹਿਗੁਰੂ ਹੈ ਪਰਮਾਤਮਾ, ਉਸ ਦਾ ਜੋ ਗਿਆਨ ਹੈ ਸਾਡੀ ਭੱਠੀ ਹੈ। ਸਿੰਗਿਆਂ ਸੰਗ ਕਰਨੀ ਵਿਕਾਰਾਂ ਵੱਲੋਂ, ਇਹ ਨਾਲੀ ਹੈ ਜਿਹਦੇ ਰਾਹੀਂ ਵਾਧੂ ਪਾਣੀ ਬਾਹਰ ਸੁੱਟਿਆ ਜਾਂਦਾ, ਵਿਕਾਰ ਤਿਆਗਣੇ। ਤੇ ਚੁੰਗਿਆਂ, ਚੁੰਗਣਾ ਮਤਲਬ ਚੂਸਣਾ, ਚਵਾਉਣਾ, ਜਿਹੜਾ ਚੋਣਾ ਪਰਮੇਸ਼ਰ ਦੇ ਨਾਮ ਦਾ ਰਸ। ਕਨਕ ਕਲਸ ਇੱਕ ਪਾਇਆ, ਹਿਰਦਾ ਰੂਪੀ ਕਲਸ ਸੋਨੇ ਦਾ ਘੜਾ ਅਸੀਂ ਪ੍ਰਾਪਤ ਕੀਤਾ ਹੋਇਆ, ਐਸਾ ਭਰਿਆ ਹੋਇਆ ਸ਼ਰਾਬ ਨਾਲ। ਤਿਸ ਮੈਂ ਧਾਰ ਚੁਵੈ ਅਤ ਨਿਰਮਲੇ, ਜਿਹੜਾ ਅੰਤਸ਼ਕਰਨ ਰੂਪੀ ਸੋਨੇ ਦਾ ਕਲਸ ਭਾਂਡਾ ਅਸੀਂ ਪ੍ਰਾਪਤ ਕੀਤਾ ਨਾ ਵਾਹਿਗੁਰੂ ਦੇ ਦਰ ਤੋਂ, ਇਹਦੇ ਵਿੱਚ ਅਤਿਅੰਤ ਨਿਰਮਲ, ਉਜਲ ਤੇ ਪਵਿੱਤਰ ਧਾਰ ਚੋਂਦੀ ਹੈ ਸ਼ਰਾਬ। ਰਸ ਮੈਂ ਰਸਨ ਚੁਆਇਆ, ਸਾਰਿਆਂ ਰਸਾਂ ਦੇ ਵਿੱਚੋਂ ਸ਼੍ਰੋਮਣੀ ਰਸ ਅਸੀਂ ਚੁਆਇਆ ਆਪਣੇ ਹਿਰਦੇ ਵਿੱਚ। ਇਸ ਤਰ੍ਹਾਂ ਉਸ ਰਸ ਨੂੰ ਪੀਂਦੇ ਹਾਂ। ਜਿਵੇਂ ਬਚਨ ਹਨ, ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ, ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਸੋ ਜਿਹੜੀ ਬਾਹਰੀ ਸ਼ਰਾਬ ਹੈ, ਇਹਦਾ ਸਤਿਗੁਰੂ ਮਹਾਰਾਜ ਨੇ ਤਾਂ ਖੰਡਨ ਕੀਤਾ ਹੀ ਹੈ। ਇਸਲਾਮ ਵਿੱਚ ਵੀ, ਸਨਾਤਨ ਮਤ ਵਿੱਚ ਵੀ, ਬੁੱਧ ਜੈਨ ਸਭ ਮਤਾਂ ਵਿੱਚ ਇਹਦਾ ਖੰਡਨ ਕੀਤਾ ਗਿਆ ਤੇ ਸ਼ਰਾਬ ਨਹੀਂ ਪੀਣੀ। ਸ਼ਰਾਬ ਫਾਰਸੀ ਦਾ ਸ਼ਬਦ ਹੈ ਸ਼ਰ ਆਬ, ਜਿਹਨੂੰ ਪੀ ਕੇ ਸ਼ਰਾਰਤਾਂ ਸੁੱਝਣ। ਐਸਾ ਪਾਣੀ, ਆਬ ਨਾਮ ਪਾਣੀ ਦਾ, ਸ਼ਰਾਰਤਾਂ ਪੈਦਾ ਕਰਨ ਵਾਲਾ, ਚੰਚਲਤਾਈ ਪੈਦਾ ਕਰਨ ਵਾਲਾ ਪਾਣੀ। ਕਈ ਕਹਿੰਦੇ ਨੇ ਜੀ ਸ਼ਰਾਬ ਦੇ ਵਿੱਚ ਮਾੜੀ ਚੀਜ਼ ਕੋਈ ਨਹੀਂ। ਵੇਖੋ ਅੰਗੂਰਾਂ ਦੀ ਸ਼ਰਾਬ ਹੁੰਦੀ ਹੈ, ਮੇਵੇ ਪਾਏ ਜਾਂਦੇ ਨੇ, ਗੁੜ ਹੁੰਦਾ ਹੈ, ਸ਼ੱਕ ਹੁੰਦਾ ਹੈ, ਪਾਣੀ ਹੁੰਦਾ, ਸਾਰੀਆਂ ਚੀਜ਼ਾਂ ਚੰਗੀਆਂ ਨੇ, ਬਿਲਕੁਲ ਸਭ ਚੰਗੀਆਂ ਵਸਤੂਆਂ ਹਨ।
ਪਰ ਜਿਹੜੀਆਂ ਇਕੱਲੀਆਂ ਇਕੱਲੀਆਂ ਕਈ ਚੀਜ਼ਾਂ ਸੁਖਦਾਈ ਨੇ, ਜਦੋਂ ਰਲ ਜਾਣ ਤੇ ਉਹਨਾਂ ਦਾ ਰੂਪ ਹੋਰ ਬਣ ਜਾਂਦਾ ਹੈ। ਜਿਸ ਤਰ੍ਹਾਂ ਲੱਸੀ, ਦੁੱਧ, ਦਹੀਂ ਆਦਿਕ ਇਹ ਸਾਡੇ ਸਰੀਰ ਵਾਸਤੇ ਚੰਗੇ ਨੇ, ਗੁਣਕਾਰੀ ਨੇ, ਪਰ ਜੇ ਸਾਉਣ ਭਾਦੋਂ ਦੇ ਦਿਨਾਂ 'ਚ ਗੋਹੇ ਦੇ ਉੱਪਰ ਦਹੀਂ, ਦੁੱਧ, ਘਿਓ ਆਦਿਕ ਛੁੱਟ ਦਈਏ ਤੇ ਉੱਥੇ ਠੂੰਹੇ ਪੈਦਾ ਹੁੰਦੇ, ਬਿੱਛੂ ਪੈਦਾ ਹੁੰਦੇ ਨੇ। ਔਰ ਇਸੇ ਪ੍ਰਕਾਰ ਗੰਧਕ, ਪੋਟਾਸ਼ ਦੋਵੇਂ ਚੰਗੀਆਂ ਚੀਜ਼ਾਂ ਹਨ, ਪਰ ਜੋ ਦੋਵਾਂ ਨੂੰ ਇਕੱਠੀਆਂ ਕਰਕੇ ਰਗੜ ਦਈਏ ਤੇ ਬੰਬ ਬਣ ਕੇ ਉਡਾ ਦਿੰਦੀਆਂ ਹਨ। ਇਹ ਤੇ ਆਦਿਕ ਇਸ ਤਰ੍ਹਾਂ ਹੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੈ ਮਤ ਵਿਸਰੈ ਬਰਲ ਪਾਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ, ਸ਼ੂਸ਼ਾ ਮਦ ਮੂਲ ਨ ਪੀਚਈ ਜੇ ਕਾ ਪਾਰ ਵਸਾਏ। ਇਸ ਪ੍ਰਕਾਰ ਦੇ ਬਚਨ ਸਤਿਗੁਰਾਂ ਕੀਤੇ ਹਨ ਬਾਣੀ ਅੰਦਰ। ਇਹ ਸ਼ੂਸ਼ਾ ਮਦ ਜਿਹੜਾ ਨਾ, ਸ਼ਰਾਬ ਪਾਣੀ, ਇਹ ਬਿਲਕੁਲ ਨਹੀਂ ਪੀਣਾ ਚਾਹੀਦਾ ਜਿੱਥੋਂ ਤੱਕ ਵਸ ਚੱਲਦਾ ਹੋਵੇ। ਆਪਣੇ ਸਰੀਰ ਜਦੋਂ ਤੱਕ ਜਿੰਦ ਜਾਨ ਹੈ, ਸਾਡੇ ਵਸ ਵਿੱਚ ਹੈ, ਇਹ ਨਹੀਂ ਸ਼ਰਾਬ ਪੀਣੀ ਚਾਹੀਦੀ। ਸਰੋਹ ਵਿਚਾਰ ਇੱਥੇ ਕਬੀਰ ਜੀ ਵੀ ਦੱਸ ਰਹੇ ਨੇ ਵੀ ਅਸੀਂ ਸ਼ਰਾਬ ਪੀਂਦੇ ਹਾਂ, ਪਰ ਇਹੋ ਜਿਹੀ ਪਰਮਾਤਮਾ ਦੇ ਨਾਮ ਦਾ ਰਸ ਅਸੀਂ ਚੱਖ ਰਹੇ ਹਾਂ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਇੱਕ ਜਿਹੜੀ ਗੱਲ ਬੜੀ ਅਨੂਪ ਲਾਸਾਨੀ ਬਣੀ ਹੈ, ਉਹ ਇਹ ਕਿ ਪਵਨ ਪਿਆਲਾ ਸਾਜਿਆ। ਜਿਹੜੇ ਸਾਡੇ ਸਵਾਸ ਚੱਲ ਰਹੇ ਨੇ, ਇਹਨਾਂ ਸਵਾਸਾਂ ਨੂੰ ਹੀ ਅਸੀਂ ਪਿਆਲਾ ਸਾਜਿਆ ਬਣਾਇਆ ਹੈ। ਇੱਕ ਇੰਜ ਵੀ ਕਹਿੰਦੇ ਨੇ, ਏਕ ਜੋ ਬਾਤ, ਇੱਕ ਗੱਲ ਤੁਹਾਨੂੰ ਹੋਰ ਦੱਸੀਏ ਇਹ ਜੋਗੀ ਜੀ, ਅਨੂਪ ਬਣੀ ਹੈ। ਸਾਡੇ ਕੋਲ ਇੱਕ ਬਣੀ ਹੈ, ਬਣੀ ਹੁੰਦੀ ਇੱਕ ਪੋਟਲੀ ਜੀ, ਜਿਹਦੇ 'ਚ ਰੰਗ ਪਾ ਕੇ ਤੇ ਸ਼ਰਾਬ ਜਦੋਂ ਕੱਢਦੇ ਆ ਨਾ, ਤੇ ਉਹ ਸ਼ਰਾਬ ਜਿੱਥੋਂ ਕੱਢਣੀ ਹੁੰਦੀ ਹੈ, ਪਾਣੀ ਜਿਹੜਾ ਘੋਲਿਆ ਹੁੰਦਾ, ਲਾਹਣ ਜਿਹਨੂੰ ਕਹਿੰਦੇ ਨੇ, ਉਹਦੇ 'ਚ ਸੁੱਟਿਆ ਜਾਂਦਾ ਉਹ, ਤੇ ਉਹਦੇ ਨਾਲ ਰੰਗ ਚੜ੍ਹਦਾ ਸ਼ਰਾਬ ਨੂੰ। ਇਸ ਪ੍ਰਕਾਰ ਕਹਿੰਦੇ ਅਨੂਪ ਲਾਸਾਨੀ ਬਣੀ, ਉਹ ਹੈ ਰੰਗ ਚਾੜਨ ਵਾਲੀ ਵਸਤੂ ਪੋਟਲੀ। ਪਵਨ ਪਿਆਲਾ ਸਾਜਿਆ, ਤੇ ਪਾਉਣ ਦਾ ਅਸੀਂ ਪਿਆਲਾ ਸਾਜਿਆ ਸਵਾਸਾਂ ਦਾ। ਤੀਨ ਭਵਨ ਮੈਂ ਇੱਕੋ ਜੋਗੀ, ਤੇ ਅਸਲ ਇਹ ਹੈ ਗਿਆਨ ਸਾਡੇ ਪਾਸ ਕਿ ਤਿੰਨਾਂ ਭਵਨਾਂ 'ਚ, ਮਾਤ ਲੋਕ, ਸਵਰਗ ਲੋਕ ਤੇ ਪਤਾਲ ਲੋਕ, ਇਹਨਾਂ ਤਿੰਨਾਂ ਭਵਨਾਂ ਦੇ ਅੰਦਰ ਇੱਕੋ ਜੋਗੀ, ਇੱਕ ਹੀ ਜੋਗੀ ਪਰਮਾਤਮਾ ਹੈ, ਜੁੜਿਆ ਹੋਇਆ ਆਪਣੇ ਸਰੂਪ ਅੰਦਰ। ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ। ਕਹੋ ਕੌਣ ਹੈ ਰਾਜਾ, ਫਿਰ ਦੱਸੋ ਜੋਗੀ ਜੀ ਹੋਰ ਕੌਣ ਹੈ ਜਿਸ ਨੂੰ ਅਸੀਂ ਰਾਜਾ ਮੰਨੀਏ, ਸ੍ਰਿਸ਼ਟੀ ਦਾ ਮਾਲਕ ਮੰਨੀਏ। ਇੱਕੋ ਹੀ ਪਰਮਾਤਮਾ ਤਿੰਨਾਂ ਭਵਨਾਂ 'ਚ ਸਮਾਇਆ ਹੋਇਆ, ਹੋਰ ਕਿਸ ਨੂੰ ਪਾਤਸ਼ਾਹ ਮੰਨੀਏ, ਰਾਜਾ ਮੰਨੀਏ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਪੁਰਖੋਤਮ ਪੁਰਖਾਂ ਵਿੱਚੋਂ ਉੱਤਮ, ਉੱਤਮ ਪੁਰਖ ਪਰਮਾਤਮਾ ਦਾ ਇਸ ਤਰ੍ਹਾਂ ਗਿਆਨ ਸਾਡੇ ਹਿਰਦੇ ਅੰਦਰ ਪ੍ਰਗਟ ਹੋਇਆ ਹੈ। ਕਹੋ ਕਬੀਰ ਰੰਗ ਰਾਤਾ, ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਤੇ ਗਏ ਹਾਂ। ਔਰ ਦੁਨੀ ਸਭ ਭਰਮ ਭੁਲਾਨੀ, ਹੋਰ ਸਾਰੀ ਦੁਨੀਆ ਭਰਮ ਕਰਕੇ ਕੁਰਾਹੇ ਪਈ ਹੋਈ ਹੈ, ਭੁੱਲੀ ਹੋਈ ਹੈ ਵਾਹਿਗੁਰੂ ਨੂੰ, ਭੁਲੇਖੇ 'ਚ ਪਈ ਹੋਈ ਹੈ। ਮਨ ਰਾਮ ਰਸਾਇਨ ਮਾਤਾ, ਪਰ ਮੇਰਾ ਮਨ ਰਾਮ ਰਮੇ ਹੋਏ ਰਮੰਤੀ ਰਾਮਾ ਪਰਮਾਤਮਾ ਦੇ ਨਾਮ ਦੇ ਰਸਾਇਣ ਵਿੱਚ ਮਾਤਾ ਮਸਤ। ਰਸਾਇਣ ਰਸਾਂ ਦਾ ਘਰ ਜੋ ਰਾਮ ਹੈ ਪਰਮੇਸ਼ਰ, ਉਹਦੇ ਵਿੱਚ ਮਾਤਾ ਮਸਤਿਆ ਹੋਇਆ ਮੇਰਾ ਮਨ ਮਸਤ ਹੋ ਚੁੱਕਾ ਹੈ, ਸਮਾ ਚੁੱਕਾ ਹੈ। ਅੱਗੇ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਭਗਤ ਬੇਣੀ ਜੀ ਹੋਏ ਨੇ, ਬ੍ਰਾਹਮਣ ਜਾਤੀ ਨਾਲ ਸੰਬੰਧ ਸੀ ਇਹਨਾਂ ਦਾ। ਇਹ ਗੁਰਮੁਖ ਪਿਆਰੇ ਇਹਨਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਵਾ ਰਹੇ ਨੇ। ਪਹਿਰਿਆ ਕਹਿ ਘਰ ਗਾਵਣਾ, ਜਿਵੇਂ ਸ੍ਰੀ ਰਾਗ ਵਿੱਚ ਪਹਿਰੇ ਸਿਰਲੇਖ ਹੇਠ ਬਾਣੀ ਆਈ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਫਿਰ ਸਤਿਗੁਰੂ ਰਾਮਦਾਸ ਮਹਾਰਾਜ ਦੇ ਵਿਚਾਰਨ ਕੀਤੇ, ਪਹਿਰੇ ਪਿੱਛੇ ਆ ਚੁੱਕੇ ਨੇ। ਉਸੇ ਘਰ ਵਿੱਚ ਇਹਨਾਂ ਸ਼ਬਦਾਂ ਨੂੰ, ਜੋ ਅੱਗੇ ਸ਼ਬਦ ਆ ਰਿਹਾ, ਇਸ ਨੂੰ ਗਾਉਣਾ ਹੈ। ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਭ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਨਾਲ ਜੋ ਮਿਲਦਾ ਹੈ। ਭਗਤ ਬੇਣੀ ਜੀ ਇਸ ਸ਼ਬਦ ਅੰਦਰ ਸਾਡੀਆਂ 6 ਅਵਸਥਾ ਬਿਆਨ ਕਰ ਰਹੇ। ਪਹਿਲਾਂ ਮਾਤਾ ਦੇ ਗਰਭ ਦੀ, ਫਿਰ ਬਾਲਕ ਅਵਸਥਾ, ਫਿਰ ਕਿਸ਼ੋਰ ਅਵਸਥਾ, ਫਿਰ ਜਵਾਨੀ ਦੀ ਅਵਸਥਾ, ਫਿਰ ਜਵਾਨੀ ਢਲਣ ਦੀ ਅਵਸਥਾ, ਬਿਰਧ ਅਵਸਥਾ, ਤੇ ਫਿਰ ਸਮਾਪਤੀ ਮੌਤ। ਸੋ ਇਸ ਪ੍ਰਕਾਰ ਬੇਣੀ ਜੀ ਕਹਿ ਰਹੇ ਨੇ, ਰੇ ਨਰ ਗਰਭ ਕੁੰਡਲ ਜਬ ਆਸ਼ਤ, ਜਿਹਨੂੰ ਅਸੀਂ ਆਵਾਜ਼ ਮਾਰ ਕੇ ਕਿਸੇ ਨੂੰ ਕਹਿੰਦੇ ਹੇ ਭਾਈ, ਹੇ ਗੁਰਮੁਖਾ ਇੱਧਰ ਆ। ਇਸ ਤਰ੍ਹਾਂ ਰੇ ਇਹ
ਜਿਹੜੀ ਬਨਾਰਸ ਸਾਧਕ ਦੀ ਭਾਸ਼ਾ ਉਹਦੇ 'ਚ ਰੇ ਕਿਹਾ ਜਾਂਦਾ, ਹੇ ਦੀ ਥਾਂ ਰੇ, ਰੇ ਨਰ, ਹੇ ਪੁਰਸ਼ ਮਨੁੱਖ। ਗਰਭ ਕੁੰਡਲ ਜਬ ਆਸ਼ਤ, ਜਿਹੜਾ ਮਾਂ ਦੇ ਗਰਭ ਦਾ ਕੁੰਡਲ ਹੈ, ਚਾਰ ਚਫੇਰੇ ਕਈ ਕੁਛ ਇਸ ਸਰੀਰ ਦੇ ਦੁਆਲੇ ਘੁੰਮਦਾ, ਮਾਤਾ ਦੇ ਗਰਭ ਵਿੱਚ ਗੰਦਗੀ ਕਈ ਕੁਛ, ਮਿੱਝ ਆਦਿਕ ਕਈ ਕੁਛ ਘੁੰਮਦਾ, ਕੁੰਡਲ ਬਣਿਆ ਹੋਇਆ। ਤੇ ਉਸ ਕੁੰਡਲ, ਮਾਂ ਦੇ ਗਰਭ ਦੇ ਕੁੰਡਲ ਵਿੱਚ ਜਦੋਂ ਆਸ਼ਤ ਤੂੰ ਹੁੰਦਾ ਸੀ, ਉਰਦ ਧਿਆਨ ਲਿਵ ਲਾਗਾ। ਉਰਦ ਦੇ ਵੀ ਅਰਥ ਦੋ ਨੇ, ਇੱਕ ਤਾਂ ਉਰਦ ਦਾ ਅਰਥ ਹੈ ਊਰਦ ਰੂਪ ਪਰਮਾਤਮਾ ਅਕਾਲ ਪੁਰਖ, ਉਸ ਉੱਚੇ ਪਰਮਾਤਮਾ ਦੇ ਧਿਆਨ ਵਿੱਚ ਤੇਰੀ ਲਿਵ ਲੱਗੀ ਹੋਈ ਸੀ। ਤੂੰ ਇੱਕ ਰਸ, ਤੇਰਾ ਧਿਆਨ ਜਿਹੜਾ ਉਸ ਉੱਚੇ ਪਰਮਾਤਮਾ 'ਚ ਲੱਗਾ ਹੋਇਆ ਸੀ। ਦੂਸਰਾ ਉਰਦ ਦਾ ਅਰਥ ਹੈ ਉਲਟਾ, ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਸੜਾ ਥਾਂ। ਜੀਵ ਮਾਂ ਦੇ ਗਰਭ ਵਿੱਚ ਪੁੱਠਾ ਹੁੰਦਾ, ਸਿਰ ਹੇਠਾਂ ਨੂੰ, ਲੱਤਾਂ ਪੈਰ ਉੱਪਰ ਨੂੰ। ਉਰਦ ਪੁੱਠਾ ਹੋ ਕੇ ਮਾਨੋ ਤੂੰ ਤਪ ਕਰਦਾ ਸੀ, ਵਾਹਿਗੁਰੂ ਦੇ ਧਿਆਨ ਵਿੱਚ, ਪਰਮਾਤਮਾ ਦੇ ਖਿਆਲ 'ਚ, ਲਿਵ ਵਿੱਚ ਲੱਗਾ ਹੋਇਆ ਸੀ। ਇੱਕ ਰਸ। ਨਿਰਤਕ ਪਿੰਡ ਪਦ ਮਦਨਾ ਅਹਨਸ, ਏਕ ਅਗਿਆਨ ਸੋ ਨਾਗਾ। ਨਿਰਤਕ, ਮਰਿਆ ਹੋਇਆ ਪਿੰਡ ਜਿਵੇਂ ਸਰੀਰ ਹੁੰਦਾ, ਇਹੋ ਜਿਹੀ ਤੇਰੀ ਹਾਲਤ ਸੀ, ਜਿਵੇਂ ਮੁਰਦਾ ਹੁੰਦਾ। ਇਸ ਪਦਵੀ 'ਤੇ ਤੂੰ ਮਦਨਾ ਮਸਤ ਸੀ, ਜਿਵੇਂ ਮੁਰਦੇ ਨੂੰ ਕੁਛ ਨਹੀਂ ਬਾਹਰ ਦੀ ਸੁੱਧ ਬੁੱਧ ਹੁੰਦੀ, ਤੇ ਇਸੇ ਤਰ੍ਹਾਂ ਮਾਂ ਦੇ ਗਰਭ ਵਿੱਚ ਬਾਹਰ ਸੰਸਾਰ ਦੀ ਤੇ ਸੁੱਧ ਬੁੱਧ ਕੋਈ ਹੁੰਦੀ ਨਹੀਂ, ਤੇ ਤੂੰ ਉਸ ਪਦਵੀ 'ਤੇ ਮਸਤ ਸੀ। ਦੂਸਰਾ ਅਰਥ ਹੈ ਜਾਂ ਮਿਰਤਕ, ਮ੍ਰਿਤਕਾ, ਮਿੱਟੀ ਦਾ ਇਹ ਪਿੰਡ ਜਿਹੜਾ ਤੇਰਾ ਸਰੀਰ ਸੀ, ਉਦੋਂ ਮਾਂ ਦੇ ਗਰਭ ਵਿੱਚ ਸੀ, ਤੇ ਮਦਨਾ ਤੂੰ ਮਸਤ ਸੀ। ਇਹ ਟਕਸਾਲੀ ਪਾਠ ਮਦਨਾ ਇਕੱਠਾ ਹੈ। ਔਰ ਦੂਸਰਾ ਪਾਠ ਅੰਮ੍ਰਿਤਸਰ ਸਾਹਿਬ ਦਾ ਮੰਨਿਆ ਮਿਰਤਕ ਪਿੰਡ ਪਦ ਮਦਨਾ। ਇਹ ਜਿਹੜਾ ਮਿਰਤਕ ਮਿੱਟੀ ਦਾ ਬਣਿਆ ਪਿੰਡ ਸਰੀਰ ਹੈ, ਇਹ ਇਸ ਪਦਵੀ ਦਾ ਤੈਨੂੰ ਮਦ ਨਾ ਹੰਕਾਰ ਨਹੀਂ ਸੀ। ਅਹਨਿਸ ਰਾਤ ਦਿਨ, ਤੂੰ ਉੱਥੇ ਮਾਤਾ ਦੇ ਗਰਭ ਵਿੱਚ ਦਿਨ ਤੇ ਰਾਤ, ਅਹਨਿਸ ਦਿਨ ਤੇ ਰਾਤ ਉਸ ਅਵਸਥਾ ਸੀ। ਏਕ ਅਗਿਆਨ ਸੋ ਨਾਗਾ, ਇੱਕ ਅਗਿਆਨ ਦਾ ਨਾਗਾ ਪਿਆ ਹੋਇਆ ਸੀ। ਨਾਗਾ ਜਿਵੇਂ ਕਹਿੰਦੇ ਅੱਜ ਭੋਜਨ ਨਹੀਂ ਛਕਣਾ, ਚਲੋ ਅੱਜ ਨਾਗਾ ਪਾ ਲਓ, ਆਹ ਕੰਮ ਨਹੀਂ ਕਰਨਾ, ਰੋਜ਼ ਅੱਗੇ ਕਰਦੇ ਅੱਜ ਨਾਗਾ ਪਾ ਲਓ। ਨਾਗਾ ਦਾ ਮਤਲਬ ਸਖਣਾ। ਇਹਦਾ ਅਰਥ ਇੰਝ ਵੀ ਮਹਾਂਪੁਰਸ਼ਾਂ ਨੇ ਕੀਤਾ, ਦਾਨਿਆਂ ਨੇ, ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ, ਕਿ ਅਗਿਆਨ ਦੇ ਦੋ ਰੂਪ ਨੇ, ਇੱਕ ਅਭਾਨਾ ਪਾਦ ਸੱਤਾ ਤੇ ਇੱਕ ਅਸੱਤਾ ਪਾਦ ਸੱਤਾ। ਅਭਾਨਾ ਪਾਦ ਸੱਤਾ ਦਾ ਮਤਲਬ ਹੈ ਕਿ ਵਾਹਿਗੁਰੂ ਤੇ ਵਿਸ਼ਵਾਸ ਸੀ, ਪਰਮਾਤਮਾ ਤੇ ਭਰੋਸਾ ਸੀ, ਪਰ ਗਿਆਨ ਨਹੀਂ ਸੀ ਵਾਹਿਗੁਰੂ ਦਾ। ਮਾਂ ਦੇ ਗਰਭ ਵਿੱਚ ਇਹਦੀ ਅਵਸਥਾ ਨਿਰਵਿਕਾਰ ਹੁੰਦੀ ਹੈ ਜੀਵ ਦੀ, ਬ੍ਰਹਮ ਗਿਆਨੀ ਮਾਂ, ਪਰ ਗਿਆਨ ਨਹੀਂ ਹੁੰਦਾ ਪਰਮਾਤਮਾ ਦਾ, ਪਰਮਾਤਮਾ ਦਾ ਗਿਆਨ ਨਹੀਂ ਹੁੰਦਾ। ਵਿਸ਼ਵਾਸ ਇਹ ਟੇਕ ਵਾਹਿਗੁਰੂ ਤੇ ਹੁੰਦੀ ਹੈ, ਕਿਉਂਕਿ ਉਸ ਵੇਲੇ ਕੋਈ ਸਹਾਇਤਾ ਨਹੀਂ ਕਰ ਸਕਦਾ, ਤੇ ਸਿਮਰਨ ਵਿੱਚ ਇਹ ਹੁੰਦਾ। ਅਭਾਨਾ ਪਾਦ ਸੱਤਾ ਜਿਹੜੀ ਅਗਿਆਨ ਦੀ ਹੈ, ਉਹ ਹੁੰਦੀ ਹੈ ਇਹਦੇ ਪਾਸ, ਭਾਵ ਕਿ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ, ਪਰ ਵਿਸ਼ਵਾਸ ਹੁੰਦਾ ਹੈ। ਇਹ ਨਾਸਤਕ ਨਹੀਂ ਹੁੰਦਾ ਮਾਂ ਦੇ ਗਰਭ ਵਿੱਚ ਕੋਈ ਵੀ ਜੀਵ, ਕਿਉਂਕਿ ਆਤਮਾ 'ਚ ਸਾਰਾ ਗਿਆਨ ਹੈ। ਆਤਮਾ ਵਿੱਚ ਹੋਣ ਕਰਕੇ ਇਹ ਪਰਮਾਤਮਾ ਨੂੰ ਸਿਮਰਦਾ ਹੈ, ਪਰ ਮਨ ਦੇ ਤਾਈਂ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ। ਇਹ ਵਿਸ਼ਵਾਸ ਹੁੰਦਾ ਹੈ ਕਿ ਵਾਹਿਗੁਰੂ ਪਰਮਾਤਮਾ ਜੋ ਵੀ ਹਸਤੀ ਹੈ ਉਹ ਮੇਰੀ ਪ੍ਰਤਪਾਲਨਾ ਕਰ ਰਿਹਾ। ਤੇ ਜਿਹੜਾ ਦੂਸਰਾ ਰੂਪ ਹੈ ਅਗਿਆਨਤਾ ਦਾ, ਉਹ ਹੁੰਦਾ ਜਿਹੜੇ ਸੰਸਾਰ ਤੇ ਲੋਕ ਨਾਸਤਕ ਹੁੰਦੇ ਨੇ। ਇਹ ਨਾਸਤਕ ਨਹੀਂ ਸੀ, ਇੱਕ ਅੰਗ ਸੀ ਅਗਿਆਨ ਦਾ ਦੇ ਪਾਸ। ਪਰਮਾਤਮਾ ਦਾ ਸਰੂਪ ਦਾ ਗਿਆਨ ਨਹੀਂ ਸੀ, ਪਰ ਵਿਸ਼ਵਾਸ ਸੀ। ਨਾਸਤਕ ਬੰਦਾ ਜੋ ਹੈ ਉਹ ਰੱਬ ਤੇ ਵਿਸ਼ਵਾਸ ਹੀ ਨਹੀਂ ਕਰਦਾ, ਉਹਨੂੰ ਦੋ ਤਰ੍ਹਾਂ ਦਾ ਗਿਆਨ ਚੰਬੜਿਆ ਹੁੰਦਾ। ਸਰੂਪ ਦਾ ਗਿਆਨ ਤਾਂ ਨਹੀਂ ਹੁੰਦਾ, ਪਰ ਵਿਸ਼ਵਾਸ ਵੀ ਨਹੀਂ ਹੁੰਦਾ। ਇਹ ਵੀ ਉਹ ਯਕੀਨ ਨਹੀਂ ਕਰਦਾ ਕਿ ਪਰਮਾਤਮਾ ਸਾਰੀ ਖੇਡ ਨੂੰ ਚਲਾ ਰਿਹਾ। ਸੋ ਇਸ ਪ੍ਰਕਾਰ ਜਿਹੜਾ ਇਹ ਇੱਕ ਤਰ੍ਹਾਂ ਦਾ ਅਗਿਆਨ ਸੀ, ਨਾਸਤਿਕਤਾ ਵਾਲਾ। ਇੱਧਰੋਂ ਤੂੰ ਸਖਣਾ ਸੀ, ਪਰ ਵਾਹਿਗੁਰੂ ਦਾ ਸਿਮਰਨ ਕਰਦਾ ਸੀ। ਤੇ ਦਿਨ ਸੰਮਲ ਕਸ਼ਟ ਮਹਾਂ ਦੁੱਖ। ਤੇ ਦਿਨ, ਉਹ ਜਿਹੜੇ ਦਿਨ ਸੀ ਮਾਤਾ ਦੇ ਗਰਭ ਵੇਲੇ, ਉਹ ਸੰਮਲ ਯਾਦ ਕਰ ਖਾਂ ਭਲਾ। ਕਸ਼ਟ ਮਹਾਂ ਦੁੱਖ, ਮਹਾਨ ਦੁੱਖ ਤੇ ਕਸ਼ਟ ਤਕਲੀਫ ਸੀ ਤੈਨੂੰ, ਕਿਉਂਕਿ ਬਚਨ ਹਨ ਕਿ ਰਖਤ ਬਿੰਦ ਕਰ ਨਿੰਮਿਆ ਅਗਨ ਉਦਰ ਮੁਝਾਰ।
ਮਾਂ ਦੇ ਸਰੀਰ ਦਾ ਖੂਨ ਤੇ ਪਿਤਾ ਦੇ ਸਰੀਰ ਦਾ ਬਿੰਦ ਇਸ ਤਰ੍ਹਾਂ ਨਿਮਣਾ ਹੋਇਆ, ਸਰੀਰ ਦਾ ਬਣਨਾ ਸ਼ੁਰੂ ਹੋਇਆ ਮਾਤਾ ਦੇ ਪੇਟ ਅੰਦਰ। ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ, ਮਾਂ ਦੇ ਪੇਟ ਦੀ ਅੱਗ ਦੇ ਅੰਦਰ। ਉਰਦ ਮੁਖ ਮੂੰਹ ਹੇਠਾਂ ਨੂੰ ਸੀ, ਕੁਚੀਲ ਗੰਦਾ ਥਾਂ ਸੀ, ਬਿਕਲ ਡਰਾਉਣਾ ਥਾਂ ਸੀ, ਬੜਾ ਤੂੰ ਵਿਆਕੁਲ ਵੀ ਸੀ, ਉੱਥੇ ਦੁਖੀ ਸੀ। ਨਰਕ ਘੋਰ ਗੁਬਾਰ, ਘੋਰ ਭਿਆਨਕ ਚੂਹ ਚੂਹਾ ਗਾੜਾ ਹਨੇਰਾ ਸੀ, ਨਰਕਾਂ ਵਰਗੀ ਥਾਂ ਸੀ। ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲ ਹੈ, ਹਰੀ ਦਾ ਸਿਮਰਨ ਕਰਦਾ ਤੂੰ ਸੜਦਾ ਨਹੀਂ। ਰੱਬ ਦੇ ਸਿਮਰਨ ਦੇ ਪ੍ਰਤਾਪ ਨਾਲ ਆਪਣਾ ਸਿਮਰਨ ਦੇ ਪ੍ਰਤ ਪਾਲਿਆ। ਮਨ ਤਨ ਉਰਤਾਰ ਬਿਖਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ, ਜਿਹਨੇ ਉਸ ਕਠਨ ਥਾਂ ਤੇ ਤੇਰੀ ਰੱਖਿਆ ਕੀਤੀ ਉਹਨੂੰ ਤਿਲ ਮਾਤਰ ਨਾ ਭੁਲਾ। ਹਰ ਬਿਸਰਤ ਸੁਖ ਕਦੇ ਨਾ ਹੈ, ਵਾਹਿਗੁਰੂ ਨੂੰ ਭੁੱਲ ਕੇ ਕਦੇ ਵੀ ਸੁਖ ਨਹੀਂ ਮਿਲਦਾ। ਜਸ ਹੈ ਜਨਮਹਾਰ, ਮਨੁੱਖਾ ਜਨਮ ਐਵੇਂ ਕੌਡੀਆਂ ਦੇ ਭਾ, ਵਿਸ਼ੇ ਵਿਕਾਰਾਂ ਦੇ ਜੂਏ 'ਚ ਹਾਰ ਕੇ ਚਲਾ ਜਾਏਗਾ, ਮਿਲਣਾ ਤੈਨੂੰ ਕੁਛ ਨਹੀਂ। ਉਹ ਸਮਾਂ ਚੇਤੇ ਕਰ, ਤੇ ਦਿਨ ਸੰਮਲ ਕਸ਼ਟ ਮਹਾਂ ਦੁੱਖ, ਮਹਾਨ ਦੁੱਖ ਸੀ, ਕਸ਼ਟ ਤਕਲੀਫ ਸੀ, ਉਹਨਾਂ ਦਿਨਾਂ ਨੂੰ ਤੂੰ ਸੰਮਲ ਯਾਦ ਕਰ। ਅਬ ਚਿੱਤ ਅਧਿਕ ਪਸਾਰਿਆ, ਹੁਣ ਮਾਤ ਲੋਕ ਤੇ ਆ ਕੇ ਜਨਮ ਲੈ ਕੇ ਤੂੰ ਆਪਣਾ ਚਿੱਤ ਬਹੁਤਾ ਪਸਾਰ ਦਿੱਤਾ, ਫੈਲਾ ਦਿੱਤਾ, ਸੰਸਾਰ ਵਿੱਚ ਹੀ ਗਲਤਾਨ ਹੋ ਗਿਆ, ਆਪਣੇ ਚਿੱਤ ਨੂੰ ਗਲਤਾਨ ਕਰਤਾ। ਗਰਭ ਛੋੜ ਮ੍ਰਿਤ ਮੰਡਲ ਆਇਆ, ਮਾਂ ਦੇ ਪੇਟ ਨੂੰ ਗਰਭ ਨੂੰ ਛੱਡ ਕੇ ਤੂੰ ਇਹ ਮ੍ਰਿਤ ਮੰਡਲ ਜਿਹੜਾ ਮਾਤ ਲੋਕ ਹੈ, ਮ੍ਰਿਤ ਮੰਡਲ ਨੂੰ ਕਹਿੰਦੇ ਜਿੱਥੇ ਮੌਤ ਹੋ ਜਾਣੀ ਹੈ, ਸਦਾ ਨਹੀਂ ਜਿੱਥੇ ਰਹਿਣਾ, ਮਾਤ ਲੋਕ, ਇੱਥੇ ਤੂੰ ਆਇਆ ਤਾਂ ਨਰਹਰ ਮਨੋਂ ਵਿਸਾਰਿਆ, ਤਾਂ ਤੂੰ ਨਰਸਿੰਘ ਰੂਪ ਪਰਮਾਤਮਾ ਜੋ ਨਰਸਿੰਘ ਰੂਪ ਧਾਰ ਕੇ ਪ੍ਰਹਿਲਾਦ ਦੀ ਰੱਖਿਆ ਕਰਨ ਵਾਲਾ, ਨਰਾਂ ਨੂੰ ਹਰੇ ਭਰੇ ਕਰਨ ਵਾਲਾ ਨਿਰੰਕਾਰ ਪਰਮੇਸ਼ਰ, ਉਹ ਮਨ ਵਿੱਚੋਂ ਭੁਲਾ ਹੀ ਦਿੱਤਾ, ਤੂੰ ਵਿਸਾਰ ਹੀ ਦਿੱਤਾ। ਫਿਰ ਪਛਤਾਵਹੈਗਾ ਮੂੜਿਆ, ਉਹ ਮੂੜਿਆ ਮੂਰਖਾ, ਫਿਰ ਤੂੰ ਪਛਤਾਏਗਾ ਜਦੋਂ ਸਮਾਂ ਹੱਥੋਂ ਨਿਕਲ ਗਿਆ। ਤੂੰ ਕਵਨ ਕੁਮੱਤ ਭਰਮ ਲੱਗਾ, ਤੂੰ ਕਿਹੜੀ ਖੋਟੀ ਮੱਤ ਵਿੱਚ ਤੇ ਭਰਮ ਭਰਾਂਤੀ ਭੁਲੇਖੇ 'ਚ ਲੱਗਾ ਹੋਇਆ ਪਿਆ ਹੋਇਆ। ਚੇਤ ਰਾਮ ਨਾ ਹੀ ਜੰਮਪੁਰ ਜਾਹੇਗਾ, ਰਾਮ ਪਰਮੇਸ਼ਰ ਅਕਾਲ ਪੁਰਖ ਨੂੰ ਚੇਤੇ ਕਰ, ਨਹੀਂ ਤਾਂ ਜਮਾਂ ਦੀ ਪੁਰੀ ਨੂੰ ਜਾਏਗਾ, ਧਰਮ ਦੀ ਪੁਰੀ, ਧਰਮਰਾਜ ਦੀ ਪੁਰੀ ਜਾਏਗਾ ਲੇਖਾ ਦੇਣ ਲਈ, ਉਹਦੇ ਵੱਸ ਪਾ ਜਾਏਗਾ। ਤੇ ਦੂਜਾ ਅਰਥ ਇੰਝ ਵੀ ਹੈ, ਚੇਤ ਰਾਮ ਨਾ ਹੀ ਜੰਮਪੁਰ ਜਾਹੇਗਾ, ਜੇ ਰਾਮ ਨੂੰ ਚੇਤੇ ਕਰੇ ਤਾਂ ਫਿਰ ਜਮਾਂ ਦੀ ਪੁਰੀ ਨੂੰ ਨਹੀਂ ਜਾਏਗਾ। ਜਨ ਵਿਚਰੈ ਅਨੁਰਾਧਾ, ਮਤ ਵਿਚਰ ਇੰਜ ਸੰਸਾਰ ਵਿੱਚ ਜਿਵੇਂ ਅਨਰੁੱਧ ਕੋਕੜੂ ਹੁੰਦਾ ਹੈ, ਕੋੜਕੂ ਵੀ ਕਹਿੰਦੇ ਨੂੰ ਕਿ ਕੋੜਕੂ, ਜਿਵੇਂ ਦਾਲਾਂ ਦੇ ਵਿੱਚ ਕੋੜਕੂ ਹੁੰਦੇ ਨੇ, ਰੋੜ ਜੇ ਉਹ ਬਣੇ ਹੋਏ ਦਾਣਿਆਂ ਦੇ, ਜਿਹੜੇ ਜਿੰਨਾ ਮਰਜ਼ੀ ਸੱਤ ਸੇਕ ਦੇ ਦਿਓ ਭਾਵੇਂ ਉਹ ਰਿੱਝਦੇ ਹੀ ਨੇ, ਅਨਰਿੱਧ ਕੋੜਕੂ ਉਹਦੇ ਵਰਗਾ ਹੋ ਕੇ ਨਾ ਵਿਚਰ, ਮਤ ਵਿਚਰ ਇਸ ਸੰਸਾਰ ਦੇ ਅੰਦਰ। ਸੋ ਇਸ ਪ੍ਰਕਾਰ ਅਨਰਾਧਾ ਦਾ ਅਰਥ ਇੰਝ ਵੀ ਕੀਤਾ, ਅਨ ਜਿਹੜੀ ਦਵੈਤ ਆ ਉਹਨੂੰ ਰਾਧਾ ਬੀਜਣਾ, ਦਵੈਤ ਦਾ ਬੀਜ ਬੀਜਦਾ ਹੋਇਆ ਨਾ ਵਿਚਰ ਸੰਸਾਰ ਵਿੱਚ ਰਹਾਓ। ਬਾਲ ਵਿਨੋਦ ਚਿੰਦ ਰਸ ਲਾਗਾ, ਬਾਲਕ ਅਵਸਥਾ 'ਚ ਜਿਵੇਂ ਵਿਨੋਦ ਕੌਤਕ ਕਰਦੇ ਆ ਬੱਚੇ, ਇਸ ਤਰ੍ਹਾਂ ਤੇ ਚਿੰਦ ਰਸ ਲਾਗਾ, ਰਸਾਂ ਦੀ ਚਿੰਤਾ 'ਚ ਲੱਗਾ ਹੋਇਆ, ਚਿਤਵਨੀ 'ਚ ਲੱਗਾ ਹੋਇਆ, ਰਸਾਂ ਕਸਾਂ ਦੀ ਚਿਤਵਨੀ 'ਚ। ਖਿਨ ਖਿਨ ਮੋਹ ਵਿਆਪੈ, ਪਲ ਪਲ ਦੀ ਸੰਗਿਆ ਨਾਲ ਤੈਨੂੰ ਮੋਹ ਚੰਬੜਦਾ ਪਿਆ ਸੰਸਾਰ ਦਾ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋਂ ਪੰਚ ਪ੍ਰਗਟ ਸੰਤਾਪੈ। ਰਸ ਜਿਹੜੇ ਪਦਾਰਥਾਂ ਦੇ ਰਸ ਲੈਣਾ, ਮਿਸ ਬਹਾਨਾ ਕੋਈ ਨਾ ਕੋਈ ਕਰਕੇ, ਜਾਂ ਭੁਲੇਖੇ 'ਚ ਪਿਆ ਹੋਇਆ ਵੀ ਇਹ ਬੜੇ ਚੰਗੇ ਰਸ ਨੇ, ਇਸ ਗਲਤ ਫਹਿਮੀ 'ਚ ਪਿਆ ਹੋਇਆ, ਮਿਸ ਦਾ ਅਰਥ ਬਹਾਨਾ। ਮੇਦ ਪਵਿੱਤਰ ਜਾਣ ਕੇ, ਇਹੀ ਗਲਤ ਫਹਿਮੀ ਹੈ ਕਿ ਬੜੇ ਪਵਿੱਤਰ ਨੇ। ਅੰਮ੍ਰਿਤ ਬਿਖ ਚਾਖੀ, ਬਿਖ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਤੂੰ ਚਖਿਆ। ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ, ਇਹ ਬਿਖੀਏ ਬਿਖੈ ਬਨ ਫੀਕਾ ਤਿਆਗਰੀ ਸਖੀਏ, ਇਹ ਬਿਖੈ ਬਨ ਹੈ, ਬਿਖ ਹੈ ਸੰਸਾਰ ਦੇ ਅੰਦਰ ਵਿਕਾਰ ਆਦਿਕ, ਇਹ ਤੂੰ ਚੱਖ ਲਈ ਹੈ। ਇੰਜ ਅਰਥ ਹੋਰ ਵੀ ਕੀਤਾ ਮਹਾਂਪੁਰਸ਼ਾਂ ਨੇ, ਰਸ ਮੇ ਸਮੇਦ, ਔਰ ਰਸਾਂ ਦੇ ਗਲਤ ਫਹਿਮੀ 'ਚ ਅਗਿਆਨਤਾ ਵਿੱਚ ਮੇਦੇ ਕੱਢ ਕੱਢ ਕੇ ਜੀਆਂ ਦੇ ਖਾਣੇ ਜਿਹੜੇ ਹਨ, ਤੇ ਬਿਖ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਚਖਿਆ ਤੂੰ, ਬਿਖ ਸ਼ਰਾਬ ਆਦਿਕ ਨੂੰ ਅੰਮ੍ਰਿਤ ਜਾਣ ਕੇ ਪੀਤਾ, ਤਾਂ ਪੰਚ ਪ੍ਰਗਟ ਸੰਤਾਪ ਹੈ। ਤਾਂ ਫਿਰ ਤੈਨੂੰ ਪੰਜ ਜਿਹੜੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੇ ਨਾ, ਇਹ ਪ੍ਰਗਟ ਰੂਪ ਵਿੱਚ
ਸੰਤਾਪੈ ਦੁਖੀ ਕਰਦੇ ਨੇ। ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਇਹਨਾਂ ਦੇ ਅਧੀਨ ਹੋ ਕੇ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਜਪ ਕਰਨਾ ਸੀ ਵਾਹਿਗੁਰੂ ਦੇ ਨਾਮ ਦਾ, ਉਹ ਵੀ ਤੂੰ ਤਿਆਗਿਆ ਹੋਇਆ। ਤਪ ਗੁਰ ਸੇਵਾ ਤਪਾਂ ਸਿਰ ਤਪਸਾਰ, ਜਾਂ ਤਪਨ ਤਪ ਗੁਰ ਗਿਆਨ, ਗੁਰਾਂ ਦੇ ਗਿਆਨ ਨੂੰ ਤਪਣ ਦਾ ਹੀ ਤਪ ਤਾਉਣਾ। ਅਤੇ ਗੁਰ ਸੇਵਾ, ਗੁਰਾਂ ਦੀ ਸੇਵਾ ਤਪਾਂ ਸਿਰ ਸ਼੍ਰੋਮਣੀ ਤਪ ਹੈ, ਇਹ ਨਹੀਂ ਤੂੰ ਕੀਤਾ। ਸੰਜਮ ਜਿਹੜਾ ਇੰਦਰੀਆਂ ਨੂੰ, ਮਨ ਨੂੰ ਅਤੇ ਇੰਦਰੀਆਂ ਦੀ ਰੋਕਥਾਮ ਕਰਨੀ ਸੀ। ਅੱਖਾਂ ਨੂੰ ਬੇਗਾਨਾ ਰੂਪ ਤੱਕਣ ਵੱਲੋਂ ਰੋਕਣਾ ਸੀ, ਕੰਨਾਂ ਨੂੰ ਨਿੰਦਿਆ ਚੁਗਲੀ ਸੁਣਨ ਵੱਲੋਂ ਰੋਕਣਾ ਸੀ, ਜ਼ਬਾਨ ਨੂੰ ਝੂਠ ਅਤੇ ਨਿੰਦਿਆ ਕਰਨ ਵੱਲੋਂ ਰੋਕਣਾ ਸੀ, ਪੈਰਾਂ ਨੂੰ ਕੁਸੰਗਤ ਵੱਲ ਜਾਣੋਂ ਰੋਕਣਾ ਸੀ, ਹੱਥਾਂ ਨਾਲ ਬੁਰੇ ਕਰਮ ਕਰਨ ਤੋਂ ਹੱਥ ਰੋਕਣੇ ਸੀ। ਇਹ ਜਿਹੜਾ ਸੰਜਮ ਸੀ ਇਹ ਵੀ ਛੱਡ ਦਿੱਤਾ। ਅਤੇ ਸੁਕ੍ਰਿਤ ਮਤ ਸ੍ਰੇਸ਼ਟ ਪੁੰਨਾਂ ਵਾਲੀ ਜਿਹੜੀ ਮੱਤ ਹੈ, ਜਿੱਥੋਂ ਪੁੰਨ ਉਪਜਦਾ ਨਾ, ਉਹ ਮੱਤ ਨਹੀਂ ਧਾਰਨ ਕੀਤੀ, ਜਿਹਦੇ ਨਾਲ ਮਨ ਅੰਦਰ ਪਾਪ ਨਹੀਂ ਪੁੰਨ ਉਪਜਣ। ਸੋ ਪਵਿੱਤਰ ਕਰਮਾਂ ਵਾਲੀ ਮੱਤ ਉਹ ਵੀ ਛੱਡੀ। ਰਾਮ ਨਾਮ ਨਾ ਰਾਧਿਆ, ਇਸ ਸੰਸਾਰ 'ਤੇ ਆਇਆ ਤਾਂ ਸਹੀ ਮਨੁੱਖਾ ਸਰੀਰ ਲੈ ਕੇ, ਪਰ ਰਮੇ ਹੋਏ ਰਾਮ ਪਰਮਾਤਮਾ ਦੇ ਨਾਮ ਦਾ ਆਰਾਧਨ ਨਹੀਂ ਕੀਤਾ, ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕੀਤਾ। ਉਛਲਿਆ ਕਾਮ ਕਾਲ ਮਤ ਲਾਗੀ, ਤਵਾਨ ਸਕਤ ਗਲ ਬੰਧਿਆ। ਤੇਰੇ ਹਿਰਦੇ ਅੰਦਰ ਕਾਮ ਦਾ ਵਾਸ਼ਨਾਵਾਂ, ਕਾਮਨਾਵਾਂ ਦਾ ਉਛਾਲਾ ਐਸਾ ਆਇਆ, ਕਾਲ ਮਤ ਲੱਗੀ, ਨਾਸ ਹੋਣ ਵਾਲੇ ਪਾਸੇ ਤੇਰੀ ਬੁੱਧੀ ਲੱਗ ਗਈ, ਕਾਲ ਮਤ ਲੱਗੀ। ਸੋ ਕਾਲਖ, ਕਾਲ ਦਾ ਅਰਥ ਕਾਲਖ ਵੀ ਕੀਤਾ ਵੀ ਮਤ ਨੂੰ ਕਾਲਖ ਲੱਗੀ ਆ ਪਾਪਾਂ ਆਦਿਕਾਂ ਦੀ। ਤਵਾਨ ਸਕਤ ਗਲ ਬੰਧ, ਆਨ ਮੈਨੇ ਹੋਰਨਾਂ ਦੀ ਸਕਤ ਜਨਾਨੀ ਔਰਤ ਗਲ ਬੰਧਿਆ। ਸੋ ਇਸ ਪ੍ਰਕਾਰ ਉਹਨੂੰ ਗਲੇ ਬੰਨ੍ਹ ਲਿਆ। ਵਿਕਾਰਾਂ ਦੇ ਅਧੀਨ ਹੋ ਕੇ ਬਗਾਨੀਆਂ ਔਰਤਾਂ ਦੇ ਨਾਲ ਸੰਬੰਧ ਬਣਾ ਲਏ, ਗਲੇ ਲਾ ਲਈਆਂ। ਤਰਨ ਤੇਜ ਪਰਤਰਿਆ ਮੁੱਖ ਜੋਹ ਹੈ, ਤਰਨ ਜਵਾਨੀ ਦੇ ਤੇਜ ਬਲ ਵਿੱਚ, ਜ਼ੋਰ ਵਿੱਚ ਆ ਕੇ ਅਤੇ ਬਲ ਨੂੰ ਨਾ ਸਾਂਭਣਾ, ਕੰਟਰੋਲ ਕਾਬੂ 'ਚ ਨਾ ਕਰਨਾ। ਪਰਤਰਿਆ ਪਰਾਈਆਂ ਇਸਤਰੀਆਂ ਦੇ ਮੁੱਖ ਜੋਹ ਹੈ, ਪਰਾਈ ਇਸਤਰੀ ਦੇ ਮੁੱਖ ਨੂੰ ਜੋਖਦਾ, ਤਾੜਦਾ, ਨਿਹਾਰਦਾ ਚੰਗੀ ਤਰ੍ਹਾਂ, ਕਿਹਦਾ ਮੁੱਖ ਸੋਹਣਾ। ਸਰ ਅਪਸਰ ਨਾ ਪਛਾਣਿਆ, ਸਰ ਅਪਸਰ ਦਾ ਅਰਥ ਵੀ ਇੰਝ ਕੀਤਾ ਮਹਾਂਪੁਰਸ਼ਾਂ ਨੇ, ਸਮਾਂ ਅਤੇ ਕੁਸਮਾਂ, ਵੇਲਾ ਕੁਵੇਲਾ, ਇੱਕ ਇਹ ਅਰਥ ਹੈ। ਦੂਜਾ ਸਰ ਭਲਾ ਅਤੇ ਅਪਸਰ ਬੁਰਾ, ਭਲੇ ਬੁਰੇ ਦੀ ਪਛਾਣ ਵੀ ਨਹੀਂ ਕੀਤੀ, ਕੀ ਕੰਮ ਸਹੀ ਹੈ ਅਤੇ ਕੀ ਗਲਤ ਹੈ। ਉਨਮਤ ਕਾਮ ਮਹਾਂ ਬਿਖ ਭੂਲੈ, ਕਹਿੰਦੇ ਉਨਮਤ ਮਸਤ ਹੋਇਆ ਤੂੰ ਕਾਮ ਵਾਸ਼ਨਾ ਵਿੱਚ, ਮਹਾਨ ਜਿਹੜੀ ਬਿਖ ਜ਼ਹਿਰ ਹੈ ਇਹਦੇ 'ਚ ਭੁੱਲ ਗਿਆ ਹੈ ਤੇਰਾ ਮਨ। ਪਾਪ ਪੁੰਨ ਨਾ ਪਛਾਣਿਆ, ਪਾਪ ਬੁਰਾ ਕਰਮ ਨਖੇਧ ਕਰਮ, ਅਤੇ ਪੁੰਨ ਵਿਧੀ ਕਰਮ ਪਵਿੱਤਰ ਕਰਮ, ਅਤੇ ਮਾੜੇ ਕਰਮ ਦੀ ਪਛਾਣ ਨਹੀਂ ਕੀਤੀ, ਬੁਰੇ ਭਲੇ ਦਾ ਗਿਆਨ ਨਹੀਂ ਰਿਹਾ। ਸੁਤ ਸੰਪਤ ਦੇਖ ਇਹੋ ਮਨ ਗਰਬਿਆ, ਸੁਤ ਧੀਆਂ, ਸੁਤ ਦਾ ਅਰਥ ਵੈਸੇ ਪੁੱਤਰ ਹੈ, ਪਰ ਧੀਆਂ ਪੁੱਤਰ ਸਮਝ ਲਓ ਅਰਥ ਲਈ। ਸੁਤ ਅਤੇ ਸੁਤਾ, ਧੀਆਂ ਪੁੱਤਰ ਆਦਿਕ, ਅਤੇ ਸੰਪਤੀ ਜਾਇਦਾਦ ਵੇਖ ਕੇ, ਯਾਨੀ ਜੜ ਚੇਤਨ ਮਾਇਆ ਵੇਖ ਕੇ। ਸੰਪਤੀ ਜੜ ਮਾਇਆ ਹੈ ਅਤੇ ਧੀਆਂ ਪੁੱਤਰ ਇਸਤਰੀ ਸਭ ਇਹ ਚੇਤਨ ਮਾਇਆ ਹੈ। ਮਤਲਬ ਹਜ਼ੂਰ ਦਾ ਇਹ ਹੈ। ਇਸ ਪੁੱਤਰ ਅਤੇ ਸੰਪਤੀ ਜਾਇਦਾਦ ਮਾਲ ਮਤਾ ਵੇਖ ਕੇ ਇਹ ਜਿਹੜਾ ਮਨ ਹੈ ਤੇਰਾ, ਇਹ ਗਰਬਿਆ ਹੰਕਾਰ ਵਿੱਚ ਆਇਆ ਹੋਇਆ, ਗਰਬ ਕਰਦਾ, ਫੁੰਕਾਰੇ ਮਾਰਦਾ। ਰਾਮ ਹਿਰਦੈ ਤੇ ਖੋਇਆ, ਰਾਮ ਜੋ ਰਮਿਆ ਪਰਮੇਸ਼ਰ ਹੈ ਉਹ ਹਿਰਦੇ 'ਚੋਂ ਖੋਇਆ, ਦੂਰ ਕੀਤਾ ਹੋਇਆ, ਤਾਂ ਭੁਲਾ ਦਿੱਤਾ, ਯਾਨੀ ਵਾਹਿਗੁਰੂ ਨੂੰ ਪਾਸੇ ਕਰ ਦਿੱਤਾ ਹੈ। ਅਵਰ ਮਰਤ ਮਾਇਆ ਮਨ ਤੋਲੇ, ਹੋਰਨਾਂ ਨੂੰ ਮਰਦਿਆਂ ਵੇਖ ਕੇ ਜਿਹੜਾ ਮਨ ਤੇਰਾ ਇਹ ਮਾਇਆ ਨੂੰ ਤੋਲਦਾ ਵੀ ਇਹ ਜਿਹੜਾ ਸੰਬੰਧੀ ਮਰਿਆ ਹੁਣ ਮੇਰੀ ਮਾਇਆ 'ਚ ਵਾਧਾ ਹੋ ਜਾਏਗਾ, ਫਲਾਣਾ ਮਰ ਗਿਆ ਹੈ ਅਤੇ ਮੈਨੂੰ ਜਾਇਦਾਦ ਵੱਧ ਜਾਏਗੀ। ਸੋ ਹੋਰਨਾਂ ਨੂੰ ਮਰਦਿਆਂ ਵੇਖ ਕੇ ਵੀ ਮਨ ਮਾਇਆ ਹੀ ਤੋਲਦਾ ਹੈ। ਤਾਂ ਉਹ ਭਗ ਮੁਖ ਜਨਮ ਵਿਗੋਇਆ, ਤਾਂ ਉਹ ਤੇਰਾ ਭਗ ਜਿਹੜਾ ਜਿੱਥੋਂ ਜਨਮ ਲਿਆ। ਸੋ ਇਸ ਪ੍ਰਕਾਰ ਇਸਤਰੀ ਦੇ ਗੁਪਤ ਅੰਗ ਦੀ ਲਾਲਸਾ ਅਤੇ ਮੁੱਖ ਮੂੰਹ ਦੇ ਖਾਣ ਵਾਲੇ ਜਿਹੜੇ ਰਸਕਸ ਪਦਾਰਥ ਨੇ, ਇਹਨਾਂ 'ਚ ਲੱਗ ਕੇ, ਇਹ ਦੋ ਇੰਦਰੀਆਂ ਦੇ ਰਸ ਵਿੱਚ ਲੱਗ ਕੇ ਤੂੰ ਮਨੁੱਖਾ ਜਨਮ ਵਿਗੋਇਆ, ਯਾਨੀ ਬਰਬਾਦ ਕਰ ਲਿਆ, ਗਵਾ ਲਿਆ, ਵਿਅਰਥ ਗਵਾ ਲਿਆ ਹੈ, ਖਰਾਬ ਕਰ ਲਿਆ ਆਪਣਾ ਮਨੁੱਖਾ ਜਨਮ। ਪੁੰਡਰ ਕੇਸ ਕੁਸਮ ਤੇ ਧੌਲੇ, ਪੁੰਡਰ ਹੁੰਦਾ ਹੈ ਚਿੱਟੇ ਰੰਗ ਦਾ ਕਬਲ,
ਕਹਿੰਦੇ ਜਿਹੜੇ ਤੇਰੇ ਕੇਸ ਨੇ ਨਾ, ਇਹ ਐਸੇ ਪੁੰਡਰ ਚਿੱਟੇ ਕਮਲ ਵਰਗੇ ਹੋਏ ਕਿ ਚਮੇਲੀ ਆਦਿਕ ਦੇ ਜਿਹੜੇ ਕੁਸਮ ਫੁੱਲ ਨੇ ਉਹਨਾਂ ਨਾਲ ਵੀ ਧੌਲੇ ਬਹੁਤੇ ਦੁਧੀਆ ਰੰਗ ਦੇ ਹੋ ਗਏ। ਜਦੋਂ ਇਸ ਐਸੀ ਉਮਰ ਹੋ ਗਈ, ਸਪਤ ਪਤਾਲ ਕੀ ਬਾਣੀ, ਤੇ ਤੇਰੀ ਆਵਾਜ਼ ਬਹੁਤ ਮੱਧਮ ਹੋ ਗਈ, ਮਾਨੋ 7ਵੇਂ ਪਤਾਲ 'ਚੋਂ ਆਵਾਜ਼ ਆ ਰਹੀ ਹੈ। ਲੋਚਨ ਸ਼ਰਮੈ ਬੁੱਧ ਬਲ ਨਾਠੀ, ਜਿਸ ਵੇਲੇ ਬਿਰਧ ਅਵਸਥਾ ਹੋ ਜਾਂਦੀ ਹੈ ਤੇ ਭਗਤ ਜੀ ਕਹਿ ਰਹੇ ਨੇ ਬੇਣੀ ਜੀ ਕਿ ਲੋਚਨ ਸ਼ਰਮੈ, ਲੋਚਨ ਜਿਹੜੇ ਨੇਤਰ ਨੇ ਇਹ ਸਿਮਦੇ, ਜਾਨੀ ਪਾਣੀ ਵਗਦਾ ਇਹਨਾਂ 'ਚੋਂ, ਅਥਰੂ ਥੋੜ੍ਹਾ ਪਾਣੀ ਵਗਣ ਲੱਗ ਪੈਂਦਾ, ਜੋਤ ਘਟ ਜਾਂਦੀ ਹੈ। ਬੁੱਧ ਬਲ ਨਾਠੀ, ਜਿਵੇਂ ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰਹਿ ਪੁਰਾਨੀ। ਭਗਤ ਭੀਖਣ ਜੀ ਨੇ ਵੀ ਕਿਹਾ, ਇੱਥੇ ਵੀ ਕਹਿ ਰਹੇ ਨੇ, ਕਹਿੰਦੇ ਲੋਚਨ ਸ਼ਰਮ ਹੈ, ਨੇਤਰਾਂ ਦੀ ਜੋਤ ਘਟ ਗਈ ਤੇ ਪਾਣੀ ਵਗਦਾ, ਤੇ ਬੁੱਧੀ ਦਾ ਬਲ ਵੀ ਨਾਸ ਹੋ ਗਿਆ। ਤਾਂ ਕਾਮ ਪਵਸ ਮਧਾਣੀ, ਤੇ ਉਸ ਵੇਲੇ ਵੀ ਕਾਮਨਾਵਾਂ ਦੀ ਮਧਾਣੀ ਪਈ ਰਹਿੰਦੀ ਹੈ ਤੇਰੇ ਅੰਦਰ, ਕਾਮ ਵਾਸ਼ਨਾ ਦੀ, ਕਾਮਨਾਵਾਂ ਦੀ ਮਧਾਣੀ ਪਈ ਰਹਿੰਦੀ ਹੈ। ਰਿੜਕਦਾ ਕਾਮਨਾਵਾਂ ਨੂੰ, ਜਾਂ ਆਹ ਚੀਜ਼ ਹੋ ਜਾਏ, ਉਹ ਮਿਲ ਜੇ, ਉਹ ਹੋਰ ਵਾਧਾ ਹੋ ਜਾਏ, ਮੇਰੀ ਔਲਾਦ ਦੀ ਜਾਇਦਾਦ ਵੱਧ ਜਾਏ, ਇਸ ਤਰ੍ਹਾਂ ਮਧਾਣੀ ਪਈ ਰਹਿੰਦੀ ਹੈ। ਤਾਂ ਤੇ ਬਿਖੈ ਭਈ ਮਤ ਪਾਵਸ, ਮਤ ਦੇ ਅੰਦਰ ਵਿਖਿਆਂ ਦੀ, ਵਿਸ਼ਿਆਂ ਦੀ ਬਰਸਾਤ ਹੋ ਰਹੀ ਹੈ। ਪਾਵਸ ਨਾਮ ਬਰਖਾ ਦਾ। ਕਾਇਆ ਕਮਲ ਕੁਮਲਾਣਾ, ਤੇ ਇਹ ਕਾਇਆ, ਇਹ ਸਰੀਰ ਰੂਪੀ ਜਿਹੜਾ ਕਮਲ ਹੈ ਨਾ ਤੇਰਾ, ਇਹ ਕੁਮਲਾ ਗਿਆ ਹੁਣ। ਪਾਵੰਤ ਨੂੰ ਇਹੋ ਜਿਹਾ ਸਮਾਂ ਹੋ ਜਾਂਦਾ ਬਿਰਧ ਅਵਸਥਾ 'ਚ। ਅਵਗਤ ਬਾਣ ਛੋੜ ਮ੍ਰਿਤ ਮੰਡਲ, ਇਸ ਮਹਾਤਲੋਕ ਤੇ ਤੂੰ ਆਇਆ ਸੀ ਰੱਬ ਦੀ ਬੰਦਗੀ ਕਰਨ ਲਈ, ਪਰ ਇਸ ਮ੍ਰਿਤ ਮੰਡਲ ਤੇ ਆ ਕੇ ਜਨਮ ਲੈ ਕੇ ਸਾਰਾ ਵਿਅਰਥ ਜਨਮ ਗਵਾ ਲਿਆ। ਅਵਗਤ, ਅਵਿਅਕਤ ਸਰੂਪ ਪਰਮਾਤਮਾ, ਜਿਹਨੂੰ ਮੁਕੰਮਲ ਤੌਰ 'ਤੇ ਕਥਿਆ ਨਹੀਂ ਜਾ ਸਕਦਾ, ਉਸ ਦੀ ਸਿਫਤ ਸਲਾਹ ਵਾਲੀ ਜਿਹੜੀ ਬਾਣੀ ਸੀ ਨਾ, ਰੱਬ ਦੀ ਬਾਣੀ, ਉਹ ਤੂੰ ਛੱਡ ਦਿੱਤੀ। ਤੋ ਪਾਸ਼ਾ ਪਛਤਾਣਾ, ਤਾਂ ਹੀ ਫਿਰ ਪਿੱਛੋਂ ਬਾਅਦ ਵਿੱਚ ਪਛਤਾਉਣਾ ਹੀ ਪਏਗਾ ਤੈਨੂੰ, ਤੇਰੇ ਪੱਲੇ ਪਛਤਾਵਾ ਰਹਿ ਜਾਏਗਾ। ਜਾਨੀ ਸਾਰਾ ਜੀਵਨ ਬਿਆਨ ਕਰਦੇ ਹੋਏ ਬੇਣੀ ਜੀ ਦੱਸ ਰਹੇ ਨੇ ਅੰਤ ਨੂੰ ਕੀ ਇਹਨੂੰ ਮਿਲਿਆ। ਨਿਕੁੱਟੀ ਦੇ ਦੇਖ ਧੁਨ ਉਪਜਾ, ਨਿਕੁੱਟੀ ਦਾ ਅਸਰ ਨਿੱਕੀਆਂ ਨਿੱਕੀਆਂ ਦੇਹਾਂ, ਭਾਵ ਪੁੱਤ ਪੋਤਰੇ, ਉਹਨਾਂ ਦੇ ਸਰੀਰ ਦੇਖ ਦੇਖ ਕੇ ਤੇਰੇ ਹਿਰਦੇ 'ਚ ਇੱਕ ਧੁਨ ਉਪਜਦੀ ਹੈ, ਮੋਹ ਦੀ ਧੁਨ ਉਪਜਦੀ ਹੈ। ਮਾਨ ਕਰਤ ਨਹੀਂ ਬੁੱਝਿਆ, ਮਾਣ ਵੀ ਬੜਾ ਕਰਦਾ, ਫਿਰ ਨਹੀਂ ਬੁੱਝਦਾ ਅਸਲੀ ਜੀਵਨ ਦੇ ਪ੍ਰਯੋਜਨ ਨੂੰ, ਨਹੀਂ ਬੁੱਝਦਾ ਵਾਹਿਗੁਰੂ ਨੂੰ। ਲਾਲਚ ਕਰੈ ਜੀਵਨ ਪਦ ਕਾਰਨ, ਔਰ ਹੋਰ ਜੀਉਣ ਦੀ ਇੱਛਾ ਰੱਖਦਾ ਹੋਇਆ ਲਾਲਚ ਕਰਦਾ, ਲੰਮਾ ਸਮਾਂ ਜੀਵਨ ਦਾ ਲਾਲਚ ਕਰਦਾ, ਜੀਵਨ ਪਦਵੀ ਵਾਸਤੇ, ਮੈਂ ਜਿਉਂਦਾ ਹੀ ਰਹਾਂ। ਲੋਚਨ ਕਛੂ ਨਾ ਸੂਝੈ, ਤੇ ਨੇਤਰਾਂ ਦੁਆਰਾ ਸੁਝਦਾ ਹੀ ਕੁਛ ਨਹੀਂ, ਐਸੇ ਨੇਤਰ ਅੰਨੇ ਹੋ ਗਏ ਨੇ। ਮਨ ਬੁੱਧ ਰੂਪੀ ਨੇਤਰਾਂ 'ਚ ਭਰਮ ਦੇ ਫੁੱਲੇ ਪਏ ਨੇ, ਵਿਰਾਗ ਤੇ ਵਿਵੇਕ ਦੇ ਨੇਤਰ ਹੈ ਹੀ ਨਹੀਂ, ਹੈ ਸੁਝਦਾ ਹੀ ਕੁਛ ਨਹੀਂ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਆਖਰ ਜਿਹੜਾ ਤੇਜ ਬਲ ਸੀ ਸਰੀਰ ਦੇ ਅੰਦਰ, ਉਹ ਥੱਕ ਗਿਆ, ਮਤਲਬ ਕਮਜ਼ੋਰ ਹੋ ਗਿਆ, ਹੁਣ ਬਲ ਨਾ ਰਿਹਾ, ਇੰਦਰੀਆਂ ਵਿੱਚ ਵੀ ਸਰੀਰ 'ਚ ਬਲ ਨਾ ਰਿਹਾ, ਤੇ ਮਨ ਪੰਖੀ ਉੱਡ ਪਿਆ। ਜਾਂ ਕਿ ਹੰਸ, ਜਿਵੇਂ ਬਚਨਾ ਹੰਸ ਚੱਲਿਆ ਕਾਇਆ ਕੁਮਲਾਣੀ, ਤੇ ਕਾਇਆ ਕੁਮਲਾ ਗਈ, ਘਰ ਆਂਗਨ ਨਾ ਸੁਖਾਈ। ਘਰ ਆਂਗਨ ਵਿਹੜੇ ਵਿੱਚ ਪਈ ਹੋਈ ਕਾਇਆ, ਤੇਰਾ ਸਰੀਰ ਕਿਸੇ ਨੂੰ ਨਹੀਂ ਸਿਖਾਉਂਦਾ ਹੁਣ। ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਘਰ ਵਾਲੀ ਬਾਰੇ ਬਚਨ ਕੀਤਾ। ਘਰ ਕੀ ਨਾਰ ਉਰਹ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਐਸੀ ਹਾਲਤ ਹੋਈ। ਘਰ 'ਚ ਪਈ ਤੇਰੀ ਦੇਹ, ਤੇਰਾ ਸਰੀਰ, ਜਿਹਦਾ ਬਲ ਮੁੱਕ ਗਿਆ ਸੀ, ਤੇ ਮਨ ਪੰਖੀ ਉੱਡ ਗਿਆ ਸੀ, ਜੀਵ ਆਤਮਾ ਨਿਕਲ ਗਿਆ ਸੀ। ਫਿਰ ਇਹ ਘਰ 'ਚ ਪਈ, ਤੇਰੇ ਆਪਣੇ ਘਰ 'ਚ, ਤੇਰੇ ਘਰ ਦੇ ਵਿਹੜੇ 'ਚ ਪਈ ਇਸ ਕਾਇਆ ਕਿਸੇ ਨੂੰ ਸਿਖਾਈ ਨਾ, ਚੰਗੀ ਨਾ ਲੱਗੀ। ਬੇਣੀ ਕਹਿ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਕਹਿੰਦੇ ਸੀ ਮਰ ਜਾਣ ਤੋਂ ਬਾਅਦ ਮੁਕਤੀ ਮਿਲਦੀ ਹੈ, ਤਾਂ ਬੇਣੀ ਜੀ ਕਹਿ ਰਹੇ ਨੇ ਭਈ ਹੇ ਭਗਤ ਜਨੋ ਸੁਣੋ, ਜਿਹੜਾ ਜਿਉਂਦਾ ਹੀ ਵਿਕਾਰਾਂ ਤੋਂ ਰਹਿਤ ਨਹੀਂ ਹੋਇਆ, ਸਾਰੀ ਜ਼ਿੰਦਗੀ ਜਿਹਨੇ ਵਿਕਾਰਾਂ 'ਚ, ਤ੍ਰਿਸ਼ਨਾ 'ਚ, ਪਦਾਰਥਾਂ 'ਚ ਗਰਸਿਆ ਹੋਇਆਂ ਵਿਅਰਥ ਬਤੀਤ ਕਰ ਲਿਆ, ਉਹ ਮਰਨ ਤੋਂ ਬਾਅਦ ਕਿਸ ਤਰ੍ਹਾਂ ਮੁਕਤੀ ਪ੍ਰਾਪਤ ਕਰੇਗਾ। ਬੇਣੀ ਜੀ ਕਹਿੰਦੇ ਭਗਤੋ ਸੁਣੋ, ਮਰਨ ਉਪਰੰਤ ਮੁਕਤੀ ਕਿਸ ਨੇ ਪ੍ਰਾਪਤ ਕੀਤੀ ਹੈ? ਜਿਸ ਨੇ ਪਹਿਲਾਂ ਨੇ ਜੀਵਨ ਮੁਕਤੀ ਪ੍ਰਾਪਤ ਕੀਤੀ, ਵਿਕਾਰਾਂ ਤੋਂ ਸੁਤੰਤਰ ਨਹੀਂ ਹੋਇਆ, ਮਰ ਕੇ ਕਿਵੇਂ ਮੁਕਤ ਹੋਵੇਗਾ। ਸ੍ਰੀ ਰਾਖ, ਇਹ ਅਗਲਾ ਸ਼ਬਦ ਸ਼੍ਰੀਮਾਨ ਭਗਤ ਰਵਿਦਾਸ ਜੀ ਦਾ ਉਚਾਰਿਆ ਹੋਇਆ। ਭਗਤ ਜੀ ਵਾਹਿਗੁਰੂ ਜੀ ਦੇ ਸਨਮੁਖ ਬਚਨ ਕਰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ,
ਤੁਸੀਂ ਮੇਰੇ ਵਿੱਚ ਹੋ, ਮੈਂ ਤੁਹਾਡੇ ਵਿੱਚ ਹਾਂ। ਤੁਸੀਂ ਮੈਂ ਹੋ, ਮੈਂ ਤੁਸੀਂ ਹਾਂ। ਅੰਤਰ ਕੈਸਾ, ਫਿਰ ਸਾਡੇ ਦੋਵਾਂ 'ਚ ਫਰਕ ਕਿਆ ਹੈ? ਤੇ ਇੰਜ ਵੀ ਅਰਥ ਕੀਤਾ ਹੈ, ਤੇਰੇ ਤੇ ਮੇਰੇ ਵਿੱਚ, ਮੇਰੇ ਤੇ ਤੇਰੇ ਵਿੱਚ ਵਿਥ ਕੈਸੀ ਹੈ। ਸੋ ਇਸ ਪ੍ਰਕਾਰ ਕਨਕ ਕਟਕ ਜਲ ਤਰੰਗ ਜੈਸਾ, ਪਹਿਲੀ ਪੰਕਤੀ ਪ੍ਰਸ਼ਨ ਹੈ ਵੀ ਅੰਤਰ ਸਾਡਾ ਦੋਵਾਂ 'ਚ ਕਿਆ ਹੈ। ਕਿਉਂਕਿ ਭਗਤ ਜੀ ਮਿਲੇ ਹੋਏ ਨਾ ਵਾਹਿਗੁਰੂ ਵਿੱਚ, ਮੈਂ ਤੇਰੇ, ਤੁਸੀਂ ਮੇਰੇ ਵਿੱਚ ਹੋ, ਮੈਂ ਤੁਹਾਡੇ ਵਿੱਚ ਹਾਂ। ਸਾਡਾ ਦੋਵਾਂ 'ਚ ਅੰਤਰ ਕੈਸਾ, ਕਿਹੋ ਜਿਹਾ ਫਰਕ ਹੈ ਜੀ, ਕੈਸੀ ਵਿਥ ਹੈ। ਜਿਵੇਂ ਕਬੀਰ ਜੀ ਦਾ ਵੀ ਇੱਕ ਬਚਨ ਹੈ, ਸੁਨ ਸਖੀ ਪੀ ਮੈਂ ਜੀਓ ਬੱਸੈ, ਜੀ ਮੈਂ ਬੱਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕੇ ਪੀਓ। ਹੁਣ ਕਹਿੰਦੇ ਐਸੀ ਅਭੇਦਤਾ ਹੋਈ ਹੈ ਕਿ ਪੀਓ ਪਰਮਾਤਮਾ ਦੇ ਵਿੱਚ ਮੇਰਾ ਜੀਵ ਆਤਮਾ ਵਸਦਾ ਪਿਆ, ਤੇ ਇਹ ਪਤਾ ਹੀ ਨਹੀਂ ਲੱਗਦਾ ਕਿ ਇਸ ਘਟ ਹਿਰਦੇ 'ਚ ਜੀਵਾਤਮਾ ਹੈ ਕਿ ਪੀਓ ਪਰਮਾਤਮਾ ਹੈ, ਦੋਵੇਂ ਅਭੇਦ ਹਨ। ਇਸ ਤਰ੍ਹਾਂ ਹੀ ਰਵਿਦਾਸ ਜੀ ਕਹਿ ਰਹੇ ਨੇ ਕਿ ਕਨਕ ਕਟਕ ਜਲ ਤਰੰਗ ਜੈਸਾ। ਜੇ ਮਹਾਰਾਜ ਲੋਕਾਂ ਨੂੰ ਦੱਸਣਾ ਹੋਏ ਤਾਂ ਇੰਝ ਹੀ ਦੱਸ ਸਕਦੇ ਹਾਂ ਕਿ ਕਨਕ ਜਿਵੇਂ ਸੋਨਾ ਤੇ ਕਟਕ ਕੜਾ ਕੰਗਣ ਸੋਨੇ ਦਾ ਹੀ ਬਣਿਆ ਹੁੰਦਾ, ਪਰ ਜਦੋਂ ਬਣ ਗਿਆ ਗਹਿਣਾ ਤੇ ਉਹਨੂੰ ਕਿਹਾ ਜਾਂਦਾ ਇਹ ਕੜੇ ਹਨ, ਇਹ ਵੰਗਾਂ ਹਨ, ਇਹ ਵਾਲੀਆਂ ਹਨ, ਇਹ ਕੰਠਾ ਹੈ, ਇਹ ਹਾਰ ਹੈ, ਇਹ ਟਿੱਕਾ ਹੈ ਤਾਂ ਸੋਨਾ ਹੀ ਹੈ ਨਾ। ਤੇ ਦੂਸਰਾ ਦ੍ਰਿਸ਼ਟਾਂਤ ਇਹ ਹੈ ਕਿ ਜਲ ਤਰੰਗ ਜੈਸਾ, ਜਿਵੇਂ ਜਲ ਹੈ ਸਮੁੰਦਰ, ਜਦੋਂ ਹਵਾ ਨਹੀਂ ਉਹ ਸ਼ਾਂਤ ਹੈ, ਤੇ ਜੇ ਹਵਾ ਚੱਲ ਪਏ ਤੇ ਤਰੰਗਾਂ ਉੱਠਦੀਆਂ ਹਨ, ਤੇ ਨਾਮ ਪੈ ਗਿਆ ਕਿ ਸਮੁੰਦਰ ਵਿੱਚ ਬੜੀਆਂ ਤਰੰਗਾਂ ਉੱਠ ਰਹੀਆਂ ਨੇ, ਤਰੰਗ ਲਹਿਰ। ਤੇ ਹੁਣ ਲਹਿਰ ਵੀ ਤਾਂ ਪਾਣੀ ਰੂਪ ਹੀ ਹੈ, ਜਲ ਵਿੱਚੋਂ ਬਿੰਬ ਉਠਾ ਲਿਓ ਜਲ ਮਾਹੇ ਸਮਾਈ ਆ। ਇਸੇ ਤਰ੍ਹਾਂ ਮਹਾਰਾਜ ਐਸਾ ਹੀ ਤੇਰਾ ਤੇ ਖੇਲ ਬਣਿਆ ਹੋਇਆ। ਸੋ ਇਸ ਪ੍ਰਕਾਰ ਵਾਹਿਗੁਰੂ ਜੀ ਇੰਜ ਸਮਝਾਉਣ ਲਈ ਹੈ ਕਿ ਸੋਨਾ ਤੇ ਸੋਨੇ ਦੇ ਬਣੇ ਕੰਗਣ, ਜਲ ਤੇ ਜਲ ਤੋਂ ਉੱਠਣ ਵਾਲੀਆਂ ਤਰੰਗਾਂ, ਇੰਜ ਅਸੀਂ ਅਭੇਦ ਹਾਂ ਇੱਕ ਦੂਜੇ ਵਿੱਚ। ਤੇ ਫਿਰ ਕਹਿੰਦੇ ਨੇ ਜਾਓ ਪੈ ਹਮ ਨਾ ਪਾਪ ਕਰਨ, ਹਮੇ ਨਾਲ ਭਜਨ ਕਰ ਰਹੇ ਨੇ ਰਵਿਦਾਸ ਜੀ ਆਪਣਤ ਨਾਲ। ਜਾਓ ਪੈ ਹਮ ਨਾ ਪਾਪ ਕਰਨ, ਜੋ ਜਦੋਂ ਅਸੀਂ ਮਹਾਰਾਜ ਪਾਪ ਨਾ ਕਰਦੇ, ਅਹੇ ਅਨੰਤਾ ਹੈ ਅਨੰਤ ਸਰੂਪ ਵਾਹਿਗੁਰੂ, ਜੇ ਅਸੀਂ ਪਾਪ ਨਾ ਕਰਦੇ ਤਾਂ ਪਤਿਤ ਪਾਵਨ ਨਾਮ ਕੈਸੇ ਹੁੰਦਾ ਤਾਂ ਤੁਹਾਡਾ ਨਾਮ ਪਤਿਤ ਪਾਵਨ ਕਿਸ ਤਰ੍ਹਾਂ ਹੁੰਦਾ। ਭਾਵ ਅਸੀਂ ਪਾਪ ਕੀਤੇ, ਫਿਰ ਤੁਹਾਡਾ ਨਾਮ ਜਪਿਆ ਤੇ ਤੁਹਾਡੇ ਨਾਮ ਨੇ ਸਾਡੇ ਪਾਪ ਧੋਤੇ, ਇਸ ਕਰਕੇ ਤੁਹਾਡਾ ਨਾਮ ਪਿਆ ਪਤਿਤ ਪਾਵਨ, ਪਤਿਤਾਂ ਨੂੰ ਪਵਿੱਤਰ ਕਰਨ ਵਾਲਾ। ਜੇ ਅਸੀਂ ਪਾਪੀ ਨਾ ਹੁੰਦੇ, ਪਾਪ ਕਰਦੇ ਨਾ, ਤੁਹਾਡਾ ਨਾਮ ਵੀ ਪਤਿਤ ਪਾਵਨ ਨਹੀਂ ਸੀ ਪੈਣਾ। ਰਹਾਓ ਤੁਮ ਜੋ ਨਾਇਕ ਆਛੋ ਅੰਤਰਜਾਮੀ, ਤੁਸੀਂ ਜੋ ਨਾਇਕ ਹੀਰੋ ਪ੍ਰੇਰਕ ਹੋ ਸਾਰੀ ਸ੍ਰਿਸ਼ਟੀ ਦੇ, ਆਛੋ ਹੋ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲੇ ਤੇ ਸਭ ਦੇ ਪ੍ਰੇਰਕ ਆਗੂ ਉਹ ਸੱਚੇ ਪਾਤਸ਼ਾਹ ਪ੍ਰਭ ਤੇ ਜਨ ਜਾਨੀ ਜਹ। ਪਰ ਮਹਾਰਾਜ ਜੀ ਪ੍ਰਭੂ ਦੁਆਰਾ, ਮਾਲਕ ਦੁਆਰਾ ਜਾਣਿਆ ਜਾਂਦਾ ਵੀ ਇਹਦਾ ਜਿਹੜਾ ਸੇਵਕ ਆ ਉਹ ਕਿਹੋ ਜਿਹਾ ਹੋਵੇਗਾ, ਤੇ ਜਨ ਤੇ ਸੁਆਮੀ, ਤੇ ਜਿਹੋ ਜਿਹਾ ਜਨ ਭਗਤ ਹੁੰਦਾ ਉਸ ਭਗਤ ਤੋਂ ਜਾਣਿਆ ਜਾਂਦਾ ਵੀ ਇਹਦਾ ਸੁਆਮੀ ਇਸ ਅਸਲੇ ਦਾ ਹੋਵੇਗਾ। ਸੋ ਇਸ ਤਰ੍ਹਾਂ ਮਹਾਰਾਜ ਜੀ ਤੁਹਾਡੇ ਦੁਆਰਾ ਅਸੀਂ ਜਾਣੇ ਜਾਂਦੇ ਹਾਂ, ਅਸੀਂ ਭਗਤਾਂ ਤੇ ਸਾਡੇ ਦੁਆਰਾ ਤੁਸੀਂ ਜਾਣੇ ਜਾਂਦੇ ਹੋ, ਤੁਹਾਡੀ ਮਹਿਮਾ ਜਾਣੀ ਜਾਂਦੀ ਹੈ ਸੰਸਾਰ ਵਿੱਚ। ਸਰੀਰ ਆਰਾਧੈ ਮੋਕੋ ਵਿਚਾਰ ਦੇਹੂ। ਹੁਣ ਰਵਿਦਾਸ ਜੀ ਬੇਨਤੀ ਕਰਦੇ ਨੇ ਕਿ ਹੇ ਵਾਹਿਗੁਰੂ ਜੀ, ਮੇਰੇ ਹਿਰਦੇ ਅੰਦਰ ਐਸੀ ਵਿਚਾਰ ਪਾ ਦਿਓ ਕਿ ਸਰੀਰ ਅਰਾਧਾ ਹੈ, ਜਦੋਂ ਤੱਕ ਮੇਰਾ ਸਰੀਰ ਹੈ ਤੁਹਾਡਾ ਆਰਾਧਨ ਕਰਦਾ ਰਹੇ, ਜਦੋਂ ਤੱਕ ਇਹ ਸਰੀਰ ਜਿਉਂਦਾ ਹੈ ਉਦੋਂ ਤੱਕ ਤੁਹਾਡਾ ਮੈਂ ਆਰਾਧਨ ਕਰਦਾ, ਤੁਹਾਡਾ ਸਿਮਰਨ ਕਰਦਾ ਰਹਾਂ, ਮੇਰੇ ਹਿਰਦੇ 'ਚ ਇਹ ਵਿਚਾਰ ਪਾ ਦਿਓ। ਰਵਿਦਾਸ ਸਮਦਲ ਸਮਝਾਵੇ ਕਉ। ਭਗਤ ਰਵਿਦਾਸ ਜੀ ਕਹਿੰਦੇ ਨੇ ਕੋਈ ਵਿਰਲਾ ਇਹ ਗੱਲ ਸਮਝਾਉਂਦਾ ਸੰਸਾਰ ਨੂੰ ਜੋ ਸਮਦਲ, ਕਿ ਸਾਰੇ ਦਲਾਂ ਸਮੁਦਾਹਾਂ ਦੇ ਵਿੱਚ, ਸਮੁਦਾਇ ਜਿੰਨੇ ਇਕੱਠ ਭਾਵ ਜਾਤੀਆਂ ਗੋਤੀਆਂ ਧਰਮ ਜਾਤ ਗੋਤ ਫਿਰਕੇ ਧਰਮ ਨਸਲਾਂ ਇਲਾਕੇ, ਸਾਰੀ ਸ੍ਰਿਸ਼ਟੀ ਸਾਰੀਆਂ ਸਮੁਦਾਵਾਂ ਦੇ ਵਿੱਚ ਸਮ ਬਰਾਬਰ ਹੀ ਪਰਮਾਤਮਾ ਵਿਚਰ ਰਿਹਾ ਹੈ, ਉਸੇ ਦਾ ਸਾਰਾ ਪਸਾਰਾ ਉਹ ਹੀ ਵਿਆਪਕ ਹੋ ਰਿਹਾ ਹੈ। ਇਹ ਕੋਈ ਹੈ ਜੋ ਸੰਸਾਰ ਨੂੰ ਇਹ ਗੱਲ ਸਮਝਾਉਂਦਾ ਹੈ ਜਾਂ ਮੈਨੂੰ ਸਮਝਾਵੇ ਐਸਾ ਸਮਬਿਰਤੀ ਵਾਲਾ, ਜੋ ਇਹ ਗੱਲ ਮੇਰੇ ਅੰਦਰ ਪਾ ਦੇਵੇ ਕਿ ਤੂੰ ਇੱਕ ਰਸ ਬਰਾਬਰ ਸਾਰੀ ਸ੍ਰਿਸ਼ਟੀ ਸਮਾਇਆ ਹੋਇਆ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਭਗਤਾਂ ਦੀ ਬਾਣੀ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਇਹ ਲਿਖਵਾਇਆ ਉਪਦੇਸ਼, ਉਹਨਾਂ ਦੀ ਬਾਣੀ। ਔਰ ਇੰਜ ਵੀ ਬਚਨ ਹਨ ਇਤਿਹਾਸ ਵਿੱਚ ਕਿ ਜਦੋਂ
ਭਾਈ ਗੁਰਦਾਸ ਜੀ ਲਿਖ ਰਹੇ ਸੀ ਤੇ ਉਹਨਾਂ ਇੱਛਾ ਕੀਤੀ ਸੀ ਕਿ ਜਿਨ੍ਹਾਂ ਭਗਤਾਂ ਦੀ ਬਾਣੀ ਤੁਸੀਂ ਲਿਖਾਉਣੀ ਚਾਹੁੰਦੇ ਹੋ ਉਹਨਾਂ ਦੇ ਮਹਾਰਾਜ ਦਰਸ਼ਨ ਵੀ ਕਰਾਓ। ਤਾਂ ਭਾਈ ਗੁਰਦਾਸ ਜੀ ਨੂੰ ਰਾਮਸਰ ਸਾਹਿਬ ਇਹਨਾਂ ਸਾਰੇ ਭਗਤਾਂ ਦੇ ਪ੍ਰਗਟ ਰੂਪ 'ਚ ਦਰਸ਼ਨ ਵੀ ਕਰਵਾਏ ਸੀ ਸਤਿਗੁਰੂ ਮਹਾਰਾਜ ਜੀ ਨੇ। ਸੋ ਇਸ ਪ੍ਰਕਾਰ ਇਹ ਜਿੰਨੇ ਭਗਤ ਹਨ ਜਿਹੜੇ ਬ੍ਰਹਮ ਗਿਆਨ ਨੂੰ ਪ੍ਰਾਪਤ ਸੀ, ਵਾਹਿਗੁਰੂ ਵਿੱਚ ਅਭੇਦ ਸਨ, ਉਹਨਾਂ ਸਾਰਿਆਂ ਦੀ ਬਾਣੀ ਆਪਣੀ ਬਾਣੀ ਦੇ ਬਰਾਬਰ ਸਤਿਗੁਰੂ ਮਹਾਰਾਜ ਨੇ ਸਤਿਕਾਰ ਦੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਲਿਖਵਾਈ ਹੈ। ਇੱਥੋਂ ਤੱਕ ਇਹ ਸ੍ਰੀ ਰਾਗ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਅੱਗੇ ਜੋ ਮਾਝ ਰਾਗ ਹੈ ਉਸ ਦੀ ਆਰੰਭਤਾ ਹੋਵੇਗੀ। ਅੱਜ ਦੇ ਦੀਵਾਨ ਵਿੱਚ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਹੈ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।